ਜੈ ਗੁਰਦੇਵ ਜੀ। ਮੈਂ ਮਨਜੀਤ ਰਾਏ ਬਾਲ ਰਵਿਦਾਸਿਆ ਟੀਵੀ ਦੇਖ ਰਹੀ ਸਾਰੀ ਸੰਗਤ ਨੂੰ ਜੈ ਗੁਰਦੇਵ ਕਹਿੰਦੇ ਆ। ਤੇ ਤੁਸੀਂ ਜਿਵੇਂ ਕਿ ਜਾਣਦੇ ਹੋ ਕਿ ਸਾਡੇ ਬਹੁਤ ਹੀ ਆਦਰਨੀय ਗੋਲਡ ਮੈਡਲਿਸਟ ਡੇਰਾ ਸੱਚਖੰਡ ਬੱਲਾ ਤੋਂ ਪ੍ਰਿੰਸੀਪਲ ਜੀ ਸ੍ਰੀਮਾਨ ਸਤਪਾਲ ਜੱਸੀ ਜੀ, ਤੇ ਜੋ ਕਿ ਬਹੁਤ ਹੀ ਬੇਗਮਪੁਰਾ ਅਖਬਾਰ ਜਦ ਤੋਂ ਚਲਦੀ 1991 ਵਿੱਚ ਉਹਨਾਂ ਤੇ ਨਿਰੰਤਰ ਸੇਵਾਵਾਂ ਦੇ ਰਹੇ, ਆਪਣੇ ਸਮਾਜ ਲਈ ਵੀ ਬਹੁਤ ਕਰ ਰਿਹਾ ਤੇ ਉਹਨੇ ਅੱਜ ਤੱਕ ਬਹੁਤ ਹੀ ਕਿਤਾਬਾਂ ਲਿਖ ਚੁੱਕੇ ਆ ਤੇ ਅਜੇ ਵੀ ਆਪਣੇ ਸਮਾਜ ਲਈ ਬਹੁਤ ਹੀ ਨਿਰੰਤਰ ਦਿਨ ਰਾਤ ਸੇਵਾਵਾਂ ਦੇ ਰਹੇ ਨੇ। ਉਹਨਾਂ ਨਾਲ ਹੀ ਇੱਕ ਵਿਸ਼ੇਸ਼ ਮੁਲਾਕਾਤ ਕਰਨ ਜਾ ਰਹੇ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੋ, ਲੰਬੇ ਸਮੇਂ ਤੋਂ ਸਤਿਗੁਰੂ ਰਵਿਦਾਸ ਮਹਾਰਾਜ ਦੇ ਭਗਤ ਅਤੇ ਗੁਰੂ ਦੀ ਇੱਕ ਜੋ ਸ਼ਬਦ ਆ ਉਹ ਬਹਿਸ ਦਾ ਮੁੱਦਾ ਬਣਿਆ ਹੋਇਆ ਰਵਿਦਾਸੀਆ ਸਮਾਜ ਵਿੱਚ। ਉਸ ਵਿਸ਼ੇ ਵਿੱਚ ਇੱਕ ਖਾਸ ਮੁਲਾਕਾਤ ਅਸੀਂ ਕਰਨ ਜਾ ਰਹੇ ਹਾਂ। ਸਾਡੇ ਆਦਰਨੀय ਗੋਲਡ ਮੈਡਲਿਸਟ ਡੇਰਾ ਸੱਚਖੰਡ ਬੱਲਾ ਤੋਂ ਪ੍ਰਿੰਸੀਪਲ ਸਤਪਾਲ ਜੱਸੀ ਜੀ, ਤੁਹਾਡਾ ਹੀ ਰਵਿਦਾਸੀਆ ਟੀਵੀ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਤੁਹਾਡਾ ਆਇਆਂ ਦੇ ਜੀ ਆਇਆਂ ਨੂੰ ਕਹਿੰਦੇ ਆ ਜੀ। ਜੈ ਗੁਰਦੇਵ, ਧੰਨ ਗੁਰਦੇਵ ਜੀ। ਹਾਂਜੀ ਜੀ, ਤੁਹਾਨੂੰ ਵੀ ਜੈ ਗੁਰਦੇਵ ਜੀ। ਕਾਫੀ ਲੰਬੇ ਸਮੇਂ ਤੋਂ ਸਰ ਜੀ ਇੱਕ ਅਸੀਂ ਦੇਖਦੇ ਹਾਂ ਕਿ ਭਗਤ ਅਤੇ ਗੁਰੂ ਦੇ ਸੰਬੰਧ ਵਿੱਚ ਬਹਿਸ ਜੀ ਛਿੜੀ ਹੋਈ ਹੈ, ਜਿਹੜੀ ਅਜੇ ਤੱਕ ਸ਼ਾਂਤ ਨਹੀਂ ਹੋਈ। ਅਸੀਂ ਤੁਹਾਨੂੰ ਸਰ ਜੀ ਪੁੱਛਣਾ ਚਾਹੁੰਦੇ ਹਾਂ ਕਿ ਭਗਤ ਅਤੇ ਗੁਰੂ ਸ਼ਬਦ ਕਿੱਥੋਂ ਆਏ, ਇਹਦੀ ਹੋਂਦ ਕਿੱਥੋਂ ਹੋਈ? ਮਨਜੀਤ ਜੀ, ਜੇ ਆਪਾਂ ਗੱਲ ਕਰੀਏ ਭਗਤ ਅਤੇ ਗੁਰੂ ਜਿਹੜੀ ਟਰਮ ਆ, ਇਹ ਐਕਚੁਅਲੀ ਸੰਤ ਅਤੇ ਸਾਧੂ ਸ਼ਬਦ ਦਾ ਹੀ ਮੂਲ ਰੂਪ ਆ। ਹਾਂਜੀ। ਜੇ ਅਸੀਂ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਸਾਨੂੰ ਦਿਖਦਾ ਆ ਕਿ ਪਿਛਲੇ 6-7 ਸਾਲ ਤੋਂ ਸਾਧੂ ਸੰਤਾਂ ਨੇ ਹੀ ਸਮਾਜ ਨੂੰ ਮਾਰਗਦਰਸ਼ਨ ਦਿੱਤਾ। ਹਾਂਜੀ। ਉਹਨਾਂ ਨੇ ਉੱਚੀਆਂ ਕਦਰਾਂ ਕੀਮਤਾਂ ਵਾਸਤੇ ਪ੍ਰੇਰਿਤ ਕੀਤਾ। ਹਾਂਜੀ। ਸੰਤ ਜਿਹੜੇ ਆ ਉਹੀ ਹਮੇਸ਼ਾ ਹੀ ਅਗਰਣੀ ਸਮਾਜ ਸੁਧਾਰਕ ਦਾ, ਸਮਾਜ ਸੇਵਾ ਦਾ, ਅਧਿਆਤਮਿਕਤਾ ਦਾ ਜਿਹੜਾ ਰੋਲ ਨਿਭਾਉਂਦੇ ਆ। ਹਾਂਜੀ। ਤੇ ਇਹਦੇ ਵਿੱਚ ਆਪਾਂ ਇਹ ਕਹਿੰਦੇ ਆ ਕਿ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਨੇ ਸ਼ਬਦ ਵਿੱਚ ਆਉਂਦਾ ਨਾ, ਸੰਤ ਅਨੰਤ ਅੰਤਰ ਨਾਲ। ਹਾਂਜੀ। ਸੰਤ ਜਿਹੜਾ ਹੈ ਉਹਦਾ ਪ੍ਰਮਾਤਮਾ ਨਾਲ ਤੇ ਪ੍ਰਮਾਤਮਾ ਦਾ ਸੰਤ ਨਾਲ ਕੋਈ ਫਰਕ ਨਹੀਂ ਹੁੰਦਾ। ਹਾਂਜੀ। ਤੇ ਨਾਮਦੇਵ ਜੀ ਨੇ ਵੀ ਇਹੀ ਗੱਲ ਕਹੀ ਆ। ਹਾਂਜੀ। ਮੋਰੀ ਬਾਂਦੀ ਭਗਤ ਛਡਾਵੇ ਭਗਤ ਕੀ ਨਾ ਹੈ, ਭਗਤ ਕੀ ਬਾਂਦੀ ਛੂਟੇ ਨਾ ਮੋਹ। ਹਾਂਜੀ। ਪਰ ਐਕਚੁਅਲੀ ਆਮ ਸਮਾਜ ਦੇ ਵਿੱਚ ਸੰਤ ਦਾ ਤੇ ਭਗਤ ਦਾ ਉਨਾ ਰੌਲਾ ਨਹੀਂ ਹੈ। ਹਾਂਜੀ। ਕਿਉਂਕਿ ਇਹ ਜਿਹੜੀਆਂ ਦੋਏ ਟਰਮਾਂ ਇਹ ਆਈਆਂ ਆਦਿ ਗ੍ਰੰਥ ਤੋਂ। ਹਾਂਜੀ। ਗੁਰੂ ਗ੍ਰੰਥ ਸਾਹਿਬ ਤੋਂ। ਹਾਂਜੀ। ਉਹਦੇ ਮੁਤਾਬਕ ਜਿਹੜੀ ਇਹ ਜਿਹੜੀ ਵੰਡ ਆ ਇਹ ਹੋਈ ਆ। ਵੈਸੇ ਜਿਹੜੇ ਸੰਤ ਆ, ਜਿੱਦਾਂ ਕਬੀਰ ਸਾਹਿਬ ਨੇ ਕਿਹਾ, ਮੇਰਾ ਮਨ ਪਿਆ ਉੜ ਕਰ ਚਲਾ ਆਕਾਸ਼, ਹਾਂਜੀ, ਸੱਚਖੰਡ ਜਾ ਕੇ ਵੇਖਿਆ ਸਾਹਿਬ ਸੰਤਨ ਕੇ ਪਾਸ। ਹਾਂਜੀ। ਦੇਖੋ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਸ਼ਬਦ ਨੂੰ ਬਹੁਤ ਅਹਿਮੀਅਤ ਦਿੱਤੀ ਗਈ ਆ। ਹਾਂਜੀ। ਲੇਕਿਨ ਜਿਹੜਾ ਗੁਰੂ ਸ਼ਬਦ ਵਰਤਿਆ ਗਿਆ ਆ, ਗੁਰੂ ਸ਼ਬਦ ਦੀ ਕਿਤੇ ਵਰਤੋਂ ਨਹੀਂ ਕੀਤੀ। ਹਾਂਜੀ। ਜੇ ਮੈਂ ਦੂਜੇ ਸ਼ਬਦਾਂ 'ਚ ਕਹਾਂ, ਹਾਂਜੀ, ਸ੍ਰੀ ਗੁਰੂ ਅਰਜਨ ਦੇਵ ਜੀ ਆਦਿ ਗ੍ਰੰਥ ਦੇ ਰਚਨਹਾਰੇ ਆ। ਹਾਂਜੀ। ਉਹਨਾਂ ਨੇ ਭਾਰਤ ਵਰਸ਼ ਦੇ ਸਾਰੇ ਪੁੱਜੇ ਹੋਏ ਪਰਮਾਤਮਾ ਦੇ ਪਰਮ ਪਿਆਰਿਆਂ ਨੂੰ, ਮਿੱਤਰ ਪਿਆਰਿਆਂ ਨੂੰ, ਹਾਂਜੀ, ਜਿਹੜੇ ਉਹਦੇ ਦਿਨ ਰਾਤ ਗੁਣ ਗਾਉਂਦੇ ਸੀ, ਉਹਨਾਂ ਦਾ ਬਾਣੀ ਨੂੰ ਜੋ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਇਕੱਤਰ ਕਰਕੇ ਦਿੱਤੀ ਸੀ, ਹਾਂਜੀ, ਉਹਦੇ ਵਿੱਚ ਦਰਜ ਕੀਤਾ। ਹਾਂਜੀ। ਔਰ ਉਹਨਾਂ ਨੇ ਉਹਦੀ ਵੰਡ ਕੀਤੀ। ਉਹਨਾਂ ਦੇ ਲਿਹਾਜ਼ ਦੇ ਨਾਲ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਆ ਕਿ 36 ਮਹਾਂਪੁਰਸ਼ਾਂ ਦੀ ਬਾਣੀ ਆ, 6 ਜਿਹੜੇ ਆ ਗੁਰੂ ਘਰ ਦੇ ਆ, ਹਾਂਜੀ, ਜਿਨ੍ਹਾਂ ਨੂੰ ਉਹਨਾਂ ਨੇ ਮਹਿਲਾ ਦਾ ਖਿਤਾਬ ਦਿੱਤਾ, ਮਹਿਲਾ। ਹਾਂਜੀ। 15 ਭਗਤ ਆ ਜਿਨ੍ਹਾਂ ਨੂੰ ਭਗਤਾਂ ਦਾ ਦਰਜਾ ਦਿੱਤਾ। ਹਾਂਜੀ। 15 21 ਬਾਕੀ ਜਿਹੜੇ 15 ਮਹਾਂਪੁਰਸ਼ ਆ ਉਹ ਗੁਰਬਾਣੀ ਦੇ ਵਿੱਚ ਆਪਣਾ ਬੜਮੁੱਲਾ ਸਥਾਨ ਅਤੇ ਯੋਗਦਾਨ ਰੱਖਦੇ ਆ। ਹਾਂਜੀ। ਜੇ ਅਸੀਂ ਗੁਰਬਾਣੀ ਦੇ ਮੁਤਾਬਕ ਚੱਲੀਏ ਤੇ ਫਿਰ ਸਾਨੂੰ ਸੰਤ ਦੇ ਨਾਲ ਨਾਲ ਗੁਰੂ ਦਾ ਜਿਹੜਾ ਸ਼ਬਦ ਆ ਉਹਦਾ ਵੀ ਇੱਕ ਅੱਧੀ ਉਦਾਹਰਣ ਸਾਨੂੰ ਲੈਣੀ ਚਾਹੀਦੀ ਹੈ ਕਿ ਗੁਰੂ ਦੀ ਸਮਰੱਥਾ ਕੀ ਆ। ਹਾਂਜੀ। ਇਸ ਕਰਕੇ ਮਹਾਰਾਜ, ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਰਚਨਾ ਦੇ ਵਿੱਚ, ਹਾਂਜੀ, ਗੁਰੂ ਘਰ ਦੇ ਵਿੱਚ ਮਨਜੀਤ ਜੀ, ਹਾਂਜੀ, ਉਹ ਗੁਰੂ ਅਰਜਨ ਦੇਵ ਜੀ ਲਿਖਦੇ, ਗੁਰੂ ਤੀਰਥ ਗੁਰੂ ਪਾਰਜਾਤ ਗੁਰੂ ਮਾਨਸਾ ਪੂਰਨਹਾਰ
ਗੁਰੂ ਦਾਤਾ ਹਰ ਨਾਮ ਦੇ ਉਧਰੇ ਸਭ ਸੰਸਾਰ, ਹਾਂਜੀ ਜਿਤਨੇ ਫਲ ਮਨ ਵਾਂਛੀਏ ਤਿਤਰੇ ਸਤਿਗੁਰ ਪਾਸ, ਪੂਰਬ ਲਿਖੇ ਪਾਵਣੇ ਸਚ ਨਾਮ ਦੇ ਰਾਸ। ਹਾਂਜੀ ਇਹ ਸ਼੍ਰੀ ਰਾਗ ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਉਚਾਰਦੇ ਆ। ਹਾਂਜੀ ਅੱਗੇ ਵੀ ਉਹ ਉਚਾਰਦੇ ਕਿ ਗੁਰੂ ਦਾਤਾ ਸਮਰੱਥ ਗੁਰੂ, ਗੁਰੂ ਸਭ ਹੈ ਮਹੇ ਰਿਹਾ ਸਮਾਏ, ਗੁਰੂ ਪਰਮੇਸ਼ਰ ਪਾਰ ਬ੍ਰਹਮ ਗੁਰੂ ਡੁਬਦਾ ਲੈ ਤਰਾਏ। ਹਾਂਜੀ ਉਹਨਾਂ ਨੇ ਇਹਦੇ ਵਿੱਚ ਗੁਰੂ ਸਾਹਿਬਾਨ ਦੀ ਹਾਂਜੀ ਕਹਿ ਲਓ ਯੋਗਤਾ, ਹਾਂਜੀ ਜਾਂ ਉਹਨਾਂ ਦੇ ਵਿੱਚ ਕਿਹੜੀ ਗੁਣ ਜਾਂ ਕੁਆਲਿਟੀ ਜਾਂ ਉਹਨਾਂ ਦੀ ਰੂਹਾਨੀਅਤ ਦਾ ਜਿਹੜਾ ਇਹ ਵਰਣਨ ਕੀਤਾ ਹੈ। ਹਾਂਜੀ ਫਿਰ ਇਹਦੇ ਵਿੱਚ ਜਦੋਂ ਉਹ ਵੰਡ ਕਰਦੇ ਆ ਭਗਤ ਦੀ, ਤੇ ਮਹੱਲਾ ਪਹਿਲਾ ਦੂਜਾ ਤੀਜਾ ਚੌਥਾ ਦੀ, ਤਾਂ ਉਹ ਕਲੀਅਰ ਕੱਟ ਆਪਣੀ ਵਿਦਵਤਾ, ਆਪਣੀ ਏਕਤਾ, ਆਪਣੀ ਸਚਾਈ, ਆਪਣੇ ਬ੍ਰਹਮ ਗਿਆਨ ਦੇ ਅਨੁਸਾਰ ਚੱਲਦੇ ਆ। ਹਾਂਜੀ ਉਹਨਾਂ ਨੇ ਇੱਕ ਦੇ ਵਿੱਚ ਲਿਖਿਆ ਹੈਗਾ ਵੀ ਕਿ ਅੰਮ੍ਰਿਤ ਬਾਣੀ ਭਗਤ ਜਨਾ ਕੀ। ਹੁਣ ਮੈਂ ਭਗਤ ਦੀ ਗੱਲ ਕਰਦਾ। ਹਾਂਜੀ ਅੰਮ੍ਰਿਤ ਬਾਣੀ ਭਗਤ ਜਨਾ ਕੀ, ਮੇਰੀ ਜਿੰਦੜੀਏ ਸੁਣੀਏ ਮਨ ਸੁਣੀਏ, ਹਰ ਲਾਏ RAM ਚਿਰੀ ਬਿਸ਼ੁਨਾ, ਹਰ ਪ੍ਰਭ ਪਾਇਆ, ਗਲ ਮਿਲਿਆ ਸਹਿਜ ਸੁਭਾਏ RAM। ਹਾਂਜੀ ਇਹ ਮਹਾਰਾਜ ਭਗਤਾਂ ਦੀ ਬਾਣੀ ਦੀ ਵਿਸ਼ੇਸ਼ਤਾ ਹਾਂਜੀ ਅਰਜਿਤ ਕਰਦੇ ਆ। ਹਾਂਜੀ ਅੱਗੇ ਉਹ ਫਿਰ ਨਾਲ ਨਾਲ ਜਿੱਦਾਂ ਕਹਿੰਦੇ ਭਗਤ ਜਨਾ ਕੇ ਮਨ ਬਸਰਾਮ, ਠੀਕ ਹੈ ਕਿ ਨਹੀਂ। ਹਾਂਜੀ ਉਹਦੇ ਬਾਅਦ ਬਹੁਤ ਵੱਡੀ ਵਿਚਾਰਨ ਵਾਲੀ ਗੱਲ ਆ, ਹਾਂਜੀ ਬਹੁਤ ਵੱਡੀ ਵਿਚਾਰਨ ਵਾਲੀ ਗੱਲ ਹੈ, ਜਿਹੜੀ ਜਾਂ ਤਾਂ ਪੜ੍ਹਦੇ ਨਹੀਂ, ਜਾਂ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ, ਜਾਂ ਉਹਨੂੰ ਜਾਣ ਬੁੱਝ ਕੇ ਮਨੋਂ ਵਿਸਾਰਿਆ ਜਾ ਰਿਹਾ। ਹਾਂਜੀ ਉਹ ਕੀ ਹੈ? ਉਹ ਸੁਣਨੇ ਵਾਲੀ ਗੱਲ ਇਹ ਆ, ਗੁਰੂ ਸਾਹਿਬ ਲਿਖਦੇ ਆ ਪੌੜੀ 20 ਦੇ ਵਿੱਚ, ਹਾਂਜੀ ਸਭ ਕੁਝ ਆਪੇ ਆਪ ਅਪੰਨਿਆ, ਪਰਮਾਤਮਾ ਨੇ ਸਾਰਾ ਕੁਝ ਆਪ ਪੈਦਾ ਕੀਤਾ। ਹਾਂਜੀ ਉਹਦੇ ਬਾਅਦ ਆਪਣਾ ਕੀਤਾ ਆਪ ਵਰਣਿਆ, ਔਰ ਜਿਹੜਾ ਕੰਮ ਮਹਾਰਾਜ ਨੇ ਆਪ ਕੀਤਾ ਜਾਂ ਕਰਵਾਇਆ ਉਹਦਾ ਵਰਣਨ ਕੀਤਾ। ਹਾਂਜੀ ਫਿਰ ਲਿਖਦੇ ਆ ਧੰਨ ਸੁ ਤੇਰਾ ਥਾਨ ਜਿੱਥੇ ਤੂੰ ਬੁੱਠਾ। ਹਾਂਜੀ ਮਹਾਰਾਜ ਕਹਿੰਦੇ ਆ ਰਾਮਦਾਸ ਜੀ ਵੀ ਧੰਨ ਆ ਉਹ ਸਥਾਨ, ਹਾਂਜੀ ਹੇ ਪਰਮਾਤਮਾ ਜਿੱਥੇ ਤੂੰ ਬੈਠਾ ਆ, ਬੈਠਾ ਜਿੱਥੇ ਤੂੰ ਬਿਰਾਜਮਾਨ ਆ, ਹਾਂਜੀ ਜਿੱਥੋਂ ਤੂੰ ਆਪਣੀ ਸਾਰੀ ਸ੍ਰਿਸ਼ਟੀ ਨੂੰ ਚਲਾਉਣਾ ਹੈ। ਚਲਾਉਂਦਾ ਹੈ। ਨਾਲ ਫਿਰ ਕੀ ਕਹਿੰਦੇ ਆ, ਧੰਨ ਸੁ ਤੇਰੇ ਭਗਤ ਜਿਨੀ ਸੱਚ ਤੂੰ ਡਿਠਾ। ਇਹਦਾ ਮਤਲਬ ਕੀ ਆ? ਜਿਹੜੀ ਅਸੀਂ ਭਗਤ ਦੀ ਤੇ ਗੁਰੂ ਦੀ ਗੱਲ ਕਰਦੇ ਆ, ਜਿਹੜੀ ਡਿਵੀਜ਼ਨ ਸਤਿਗੁਰੂ ਅਰਜਨ ਦੇਵ ਜੀ ਨੇ ਬ੍ਰਹਮ ਗਿਆਨ ਦੇ ਤੌਰ ਤੇ ਕੀਤੀ ਆ, ਉਹਦਾ ਮੇਨ ਆਧਾਰ ਆਹੀ ਆ। ਹਾਂਜੀ ਧੰਨ ਸੁ ਤੇਰੇ ਭਗਤ, ਭਾਵ ਤੇਰੇ ਭਗਤ ਹੀ ਕੇਵਲ ਤੇ ਕੇਵਲ ਤੇਰੇ ਹੀ ਭਗਤ ਧੰਨ ਆ, ਹਾਂਜੀ ਧੰਨਤਾ ਦੇ ਯੋਗ ਆ, ਉਪਮਾ ਦੇ ਯੋਗ ਆ, ਹਾਂਜੀ ਜਿਨ੍ਹਾਂ ਨੇ ਸੱਚੀ ਮੁੱਚੀ ਤੈਨੂੰ ਦੇਖਿਆ, ਜਿਨੀ ਤੇਰੇ ਦਰਸ਼ਨ ਕੀਤੇ ਆ। ਹਾਂਜੀ ਫਿਰ ਕਹਾਂ ਕਿ ਨਾਲੇ ਹੀ ਲੈਣ ਜੋੜਦੇ ਆ, ਜਿਸ ਨੂੰ ਤੇਰੀ ਦਇਆ ਸਲਾਹੇ ਸੋਹੇ ਤੁਧ, ਜਿਹਦੇ ਤੇ ਤੇਰੀ ਕਿਰਪਾ ਆ, ਹਾਂਜੀ ਸਲਾਹੇ ਤੋਹੇ ਤੁਧ, ਜਿਸ ਗੁਰ ਭੇਟੇ ਨਾਨਕ ਨਿਰਮਲ ਸੋਈ ਸੁਧ। ਹਾਂਜੀ ਨਾਨਕ ਸਾਹਿਬ ਦੇ ਨਾਂ ਤੇ ਬਾਣੀ ਲਿਖੀ ਗਈ ਆ। ਉਹ ਕਹਿੰਦੇ ਜਿਸ ਨੇ ਵੀ ਪਰਮਾਤਮਾ ਤੇਰੀ ਸੇਵਾ ਕੀਤੀ, ਤੇਰੀ ਭੇਟਾ ਕੀਤੀ, ਤੇਰੀ ਅਰਚਨਾ ਕੀਤੀ ਆ, ਕਹਿੰਦੇ ਕੇਵਲ ਤੇ ਕੇਵਲ ਉਹੀ ਆਤਮਾ ਨਿਰਮਲ ਹੁੰਦੀ ਆ, ਸ਼ੁੱਧ ਹੁੰਦੀ ਆ, ਪਾਵਨ ਹੁੰਦੀ ਆ, ਪਵਿੱਤਰ ਹੁੰਦੀ ਆ। ਸੋ ਇਹ ਜਿਹੜੇ ਮਹਾਰਾਜ ਦੇ ਡਿਵੀਜ਼ਨ ਆ ਨਾ, ਇਹਦੇ ਵਿੱਚ ਕਲੀਅਰ ਕੱਟ ਗੱਲ ਆ, ਭਗਤ ਰੱਬ ਆ, ਰੱਬ ਭਗਤ ਆ, ਹਾਂਜੀ ਭਗਤ ਹੀ ਗੁਰੂ ਆ। ਹਾਂਜੀ ਜਿਹੜਾ ਬੰਦਾ ਭਗਤ ਨਹੀਂ, ਹਾਂਜੀ ਉਹ ਗੁਰੂ ਨਹੀਂ ਬਣ ਸਕਦਾ। ਜਿਹੜੇ ਵਿਚਾਰ ਉਹਨਾਂ ਨੇ ਆਪਣੇ ਦਿਮਾਗ ਦੇ ਵਿੱਚ ਰੱਖੇ, ਹਾਂਜੀ ਜਾਂ ਜਿਹੜੇ ਭਗਤ ਜਨ ਸਾਹਿਬਾਨਾਂ ਨੂੰ, ਹਾਂਜੀ ਜਿਹੜੇ ਭਗਤ ਜਨ ਪਰਮਾਤਮਾ ਨਾਲ ਇੱਕ ਮਿਕ ਸੀਗੇ, ਹਾਂਜੀ ਉਹਨਾਂ ਨੇ ਆਪਣੇ ਇਤਿਹਾਸ ਦੀ ਸਾਰੀ ਰਚਨਾ ਕਿਸੇ ਵੀ ਤਰ੍ਹਾਂ ਕੋਈ ਸੈਂਸਾ ਨਹੀਂ ਰਹਿਣ ਦਿੱਤਾ। ਇਸੇ ਕਰਕੇ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸੇ ਨੂੰ ਵੀ ਗੁਰੂ ਦਾ ਦਰਜਾ ਨਹੀਂ ਦਿੱਤਾ। ਅਸੀਂ ਆਪਣੀ, ਉਹਨਾਂ ਦੇ ਜਿਹੜੇ ਸੇਵਕ ਆ, ਉਹ ਆਪਣੀ ਰਜ਼ਾ ਦੇ ਨਾਲ, ਆਪਣੀ ਖੁਸ਼ੀ ਦੇ ਨਾਲ ਉਹਨਾਂ ਨੂੰ ਗੁਰੂ ਕਹਿ ਸਕਦੇ ਆ। ਹਾਂਜੀ ਅਸੀਂ ਆਪਣੀ ਰਜ਼ਾ ਨਾਲ, ਮੈਂ ਹਮੇਸ਼ਾ ਹੀ ਕਹਿੰਦਾ, ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਅੰਤਰਜਾਮੀ ਸਤਿਗੁਰੂ ਰਵਿਦਾਸ ਜੀ ਮਹਾਰਾਜ। ਹਾਂਜੀ ਇਸ ਕਰਕੇ ਜਿਹੜੇ ਰੂਹਾਨੀ ਤਾਕਤਾਂ ਪੁੱਜੀਆਂ ਆ, ਉਹਨਾਂ ਨੂੰ ਗੁਰੂ ਅਰਜਨ ਦੇਵ ਜੀ ਨੇ
ਭਗਤ ਦਾ ਦਰਜਾ ਦਿੱਤਾ। ਇਹ ਦਰਜਾ ਛੋਟਾ ਨਹੀਂ, ਪਰ ਕਿਉਂਕਿ ਜੇ ਸਾਡੇ ਭਰਾ ਉਹਨਾਂ ਨੂੰ ਭਗਤ ਕਹਿਣਾ ਚਾਹੁੰਦੇ ਆ, ਹਾਂਜੀ ਫਿਰ ਸਵਾਦ ਇਸ ਗੱਲ ਦਾ ਆ, ਉਹ ਆਪਣੇ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਸ਼ਬਦਾਂ ਤੇ ਚੱਲਣ ਤੇ ਬਾਕੀ ਦਾ ਇੰਨੀ ਹਿੰਮਤ ਰੱਖਣ ਕਿ ਜਿੱਦਾਂ ਆਪਾਂ ਕਹਿੰਦੇ ਆ ਮਹੱਲਾ ਪਹਿਲਾ, ਹਾਂਜੀ ਮਹੱਲਾ ਦੂਜਾ, ਮਹੱਲਾ ਤੀਜਾ, ਇਹ ਕਹਿਣਾ ਬਣਦਾ ਆ। ਪਰ ਆਪਾਂ ਆਪਣੇ ਗੁਰੂ ਦੇ ਸਤਿਕਾਰ ਦੇ ਵਿੱਚ ਜੋ ਕਹਿ ਸਕਦੇ ਹਾਂ, ਉਹ ਸਾਡਾ ਜੋ ਬਣਦਾ ਹੈ ਉਹ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਹੈ। ਅਦਰਵਾਈਜ਼ ਜਿਹੜਾ ਸੰਤ ਮਤ ਆ, ਉਹਦੇ ਵਿੱਚ ਸੰਤ ਮਤ ਦੇ ਵਿੱਚ ਤਾਂ ਗੁਰੂ ਸਰਵ ਸ੍ਰੇਸ਼ਟ ਆ, ਹਾਂਜੀ ਸੰਤ ਸਰਵ ਸ੍ਰੇਸ਼ਟ ਆ। ਹਾਂਜੀ ਜਹਾਂ ਸੰਤ ਤਹਾਂ ਰਾਮ ਹੈ, ਹਾਂਜੀ ਜਹਾਂ ਰਾਮ ਤਹਾਂ ਸੰਤ। ਹਾਂਜੀ ਕਹਿੰਦੇ ਜਿੱਥੇ ਸੰਤ ਆ ਉੱਥੇ ਰੱਬ ਆ, ਜਿੱਥੇ ਰੱਬ ਆ ਉੱਥੇ ਸਤ ਹੈ। ਸਰ ਜੀ, ਜਦੋਂ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ ਆ, ਉਸ ਸਮੇਂ ਆਪਣੇ ਜੋ ਭਾਤੀ ਨਹਿਰ ਦੇ ਮੋਢੀ ਦੇ ਆਗੂ ਸਨ ਸਤਿਗੁਰੂ ਸਾਹਿਬਾਨ ਜੀ, ਆਪਣੇ ਗੁਰੂ ਰਵਿਦਾਸ ਮਹਾਰਾਜ ਜੀ, ਸਤਿਗੁਰੂ ਨਾਮਦੇਵ, ਸਤਿਗੁਰੂ ਕਬੀਰ ਮਹਾਰਾਜ ਜੀ ਦੀ ਬਾਣੀ ਸੀਗੀ, ਦਰਜ ਕਰਨ ਲੱਗੇ ਸੀਗੇ। ਉਸ ਵੇਲੇ ਕੋਈ ਇਹਨਾਂ ਵਿੱਚ ਭਾਈ ਗੁਰਦਾਸ ਜੀ ਵਿੱਚ ਗੁਰੂ ਅਰਜਨ ਦੇਵ ਵਿੱਚ ਕੋਈ ਵਿਵਾਦ ਹੋਇਆ, ਕੋਈ ਬਹਿਸ ਦਾ ਮੁੱਦਾ ਹੋਇਆ ਵੀ ਜਿਹੜੀ ਬਾਣੀ ਅੰਕਿਤ ਕਰਨ ਤੋਂ ਇਕਰਾਰ ਕੀਤਾ ਗਿਆ। ਸੁਣਿਆ ਵੀ ਬਾਣੀ ਅੰਕਿਤ ਕਰਨ ਤੋਂ ਭਾਈ ਗੁਰਦਾਸ ਜੀ ਨੇ ਨਾ ਨੁੱਕਰ ਕਰ ਦਿੱਤੀ ਸੀ। ਦੇਖੋ ਮਨਜੀਤ ਜੀ, ਨਾ ਨੁੱਕਰ ਤੇ ਨਹੀਂ ਸੀ ਕੀਤੀ, ਹਾਂਜੀ ਬਹਿਸ ਇਹ ਛਿੜੀ ਰਹੀ ਹੈ। ਹਾਂਜੀ ਮੈਂ ਵੀ ਅੱਜ ਮੇਰੀ 65 ਸਾਲ ਦੀ ਉਮਰ ਆ, ਹਾਂਜੀ ਮੈਂ ਵੀ ਆਪਣੇ ਦਾਦੇ ਪੜਦਾਦਿਆਂ ਤੋਂ ਪਿੰਡ ਦੇ ਵਿੱਚ ਜਾਂ ਆਪਣੇ ਬਰਾਦਰੀ ਦੇ ਲੋਕਾਂ ਤੋਂ ਇਹ ਗੱਲ ਸੁਣਦਾ ਆ ਰਿਹਾ ਸੀ ਕਿ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਬਾਣੀ ਰਚੀ ਸੀ ਤੇ ਉਹਦੇ ਉੱਤੇ ਕੋਈ ਕਿੰਤੂ ਪ੍ਰੰਤੂ ਹੋਇਆ ਸੀ ਤੇ ਬਾਣੀ ਸਾਫ਼ ਹੋ ਗਈ ਸੀ। ਹਾਂਜੀ ਇਹ ਗੱਲ ਤਾਂ ਮੈਂ ਸੁਣੀ ਆ, ਹਾਂਜੀ ਪਰ ਮੈਂ ਜਦੋਂ ਇਹਦਾ ਮੈਂ ਪ੍ਰਸ਼ਨ ਹੱਲ ਲੱਭਦਾ ਰਿਹਾ, ਮੈਂ ਕਈ ਵਾਰੀ ਦਰਬਾਰ ਸਾਹਿਬ ਗਿਆ, ਕਈ ਕਿਤਾਬਾਂ ਪੜ੍ਹੀਆਂ, ਕਈ ਗੱਲਾਂ ਕੀਤੀਆਂ, ਹਾਂਜੀ ਤਾਂ ਇਹਦੇ ਵਿੱਚ ਇੱਕ ਜਗ੍ਹਾ ਤੇ ਇਹ ਗੱਲ ਆਈ ਹੈ ਕਿ ਜਦੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਕਹਿ ਰਵਿਦਾਸ ਚਮਾਰਾ ਸ਼ਬਦ ਦਾ ਵਰਣਨ ਕੀਤਾ ਗਿਆ ਤੇ ਭਾਈ ਗੁਰਦਾਸ ਜੀ ਨੇ ਇਹਦੇ ਪ੍ਰਤੀ ਮਨ ਚ ਕਿੰਤੂ ਪ੍ਰੰਤੂ ਕੀਤਾ ਸੀ ਹਾਂਜੀ ਤੇ ਦੂਜੇ ਦਿਨ ਦੇਖਿਆ ਤੇ ਬਾਣੀ ਸਾਫ਼ ਆ। ਉਹਦੇ ਬਾਰੇ ਜਿਹੜੀਆਂ ਕਿਤਾਬਾਂ ਚੋਂ ਗਵਾਹੀਆਂ ਮਿਲੀਆਂ, ਹਾਂਜੀ ਡਾਕਟਰ ਰੂਪ ਸਿੰਘ ਜੀ ਨੇ ਇੱਕ ਕਿਤਾਬ ਲਿਖੀ ਆ ਜਿਹਨੂੰ ਗੁਰਚਰਨ ਸਿੰਘ ਟੌੜਾ ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਜਾਰੀ ਕੀਤਾ ਸੀ। ਉਹਦੇ ਮੁਤਾਬਕ ਜਦੋਂ ਬਾਣੀ ਚੜੀ ਆ ਤੇ ਜਿਹੜੀ ਐਕਚੁਅਲੀ ਗੱਲ ਆ ਉਹ ਤਾਂ ਇਹੀ ਕਹੀ ਜਾਂਦੀ ਆ ਕਿ ਭਾਈ ਗੁਰਦਾਸ ਜੀ ਉਹਨਾਂ ਨੇ ਕਿਹਾ ਵੀ ਚਮਾਰਾ ਦੀ ਬਾਣੀ ਕੌਣ ਪੜੂਗਾ, ਹਾਂਜੀ ਪਰ ਜਿਹੜੀ ਕਿਤਾਬਾਂ ਵਿੱਚ ਆਉਂਦਾ ਉਹ ਇਦਾਂ ਤਾਂ ਲਿਖ ਨਹੀਂ ਸਕਦੇ। ਉਹਨਾਂ ਨੇ ਇਹ ਵਰਣਨ ਆਉਂਦਾ, ਕਹਿੰਦੇ ਤਬ ਭਈ ਚਿੰਤਾ ਕਰੇ ਮਨ, ਮੈਂ ਐਸ ਵਿਚਾਰ ਚਤਰ ਗੁਰੂ ਬਾਣੀ ਰਚੀ ਪੰਚਮ ਆਪ ਉਚਾਰ। ਇਹਦਾ ਮਤਲਬ ਇਹ ਆ ਕਿ ਜਿਹੜੇ ਭਾਈ ਗੁਰਦਾਸ ਜੀ ਸੀ ਉਹਦੇ ਮਨ ਦੇ ਵਿੱਚ ਚਿੰਤਾ ਹੋ ਗਈ, ਉਹਨੇ ਵਿਚਾਰ ਕੀਤੀ ਵੀ ਗੁਰੂ ਜੀ ਦੀ ਚਤਰ ਵਗਦੇ ਆ, ਇਹਨਾਂ ਨੇ ਆਪਣੀ ਮਤਲਬ ਵਿਦਵਤਾ ਦੇ ਨਾਲ ਹੀ ਹਾਂਜੀ ਵਿਦਵਤਾ ਦੇ ਨਾਲ ਹੀ ਇਹ ਬਾਣੀ ਰਚ ਦਿੱਤੀ ਆ। ਹਾਂਜੀ ਤੇ ਅੱਗੇ ਫੇ ਲੈਣ ਆਉਂਦੀ ਆ, ਬਹੁਰ ਸ਼ਬਦ ਮੁਖ ਕਹੇ ਭਗਤ ਨਾਮ। ਕਹਿੰਦੇ ਗੁਰੂ ਅਰਜਨ ਦੇਵ ਜੀ ਨੇ ਭਗਤਾਂ ਦੇ ਨਾਂ ਦੇ ਉੱਤੇ ਕਈ ਸ਼ਬਦ ਤਾਂ ਰਚੇ ਆ, ਹਾਂਜੀ ਕਈ ਸ਼ਬਦ ਲਿਖਾਏ ਆ, ਹਾਂਜੀ ਕਈ ਸ਼ਬਦਾਂ ਦਾ ਵਰਣਨ ਕੀਤਾ ਆ। ਹਾਂਜੀ ਕਹਿੰਦੇ ਆਪ ਕਹੇ ਹਮ ਲਿਖੇ, ਹਾਂਜੀ ਆਪ ਕਹੇ ਹਮ ਲਿਖੇ ਭਗਤ ਨਾ ਕੋ ਦ੍ਰਿਸ਼ਟੇ ਹੈ। ਹਾਂਜੀ ਭਾਈ ਗੁਰਦਾਸ ਜੀ ਕਹਿੰਦੇ ਕਿ ਮੈਂ ਭਗਤ ਦੇਖਿਆ ਨਹੀਂ ਕੋਈ ਵੀ, ਹਾਂਜੀ ਗੁਰੂ ਅਰਜਨ ਦੇਵ ਜੀ ਨੇ ਲਿਖਾਏ ਆ ਹਾਂਜੀ ਪਰ ਮੈਂ ਦੇਖਿਆ ਨਹੀਂ ਕੋਈ ਵੀ। ਫਿਰ ਉਹਦੇ ਵਿੱਚ ਆਇਆ, ਉਹ ਕਹਿੰਦੇ ਇਤਿਹਾਸ ਵਿੱਚ ਲਿਖਿਆ ਮਿਲਦਾ ਫਿਰ ਗੁਰੂ ਅਰਜਨ ਦੇਵ ਜੀ ਨੇ ਉਹਦੀ ਜਿਹੜੀ ਸੰਸਾ ਨੂੰ ਦੂਰ ਕਰਨੇ ਦੇ ਲਈ ਜਿੱਦਾਂ ਕਹਿੰਦੇ ਬਹਾਨਾ ਘੜਿਆ ਕਿ ਇਹ ਕਾਰਨ ਗੁਰੂ ਰੂਪ ਦਿਖਾਏ। ਹਾਂਜੀ ਉਹ ਕਹਿੰਦੇ ਵੀ ਇਹਦੀ ਸੰਸਾ ਦੂਰ ਕਰਨ ਦੇ ਲਈ ਹਾਂਜੀ ਗੁਰੂ ਰੂਪ ਦਿਖਾਏ, ਦਾਸ ਚਿੱਤ ਭਰਮ ਰਹਿਣ ਨਾ ਪਾਏ, ਸਭੇ ਭਗਤ ਦੇਖੇ ਗੁਰਦਾਸ, ਹਾਂਜੀ ਤਬ ਮਾਇਆ ਮਨ ਭਈ ਅਦਾਸ। ਹਾਂਜੀ ਤਾਂ ਕਹਿੰਦੇ ਭਾਈ ਗੁਰਦਾਸ ਜੀ ਦੇ ਮਨ ਦਾ ਜਿਹੜਾ ਵਹਿਮ ਸੀ ਨਿਕਲ ਗਿਆ, ਹਾਂਜੀ ਉਹਨਾਂ ਦੀ ਜਿਹੜੀ ਮਾਇਆ ਵੀ ਉਹਨਾਂ ਦੇ ਤਾਕਤ ਵਰਤ ਰਹੀ ਸੀ ਉਹ ਨਿਕਲ ਗਈ। ਫਿਰ ਉਹਨਾਂ ਨੇ ਪਰਮਪਿਤਾ ਪਰਮਾਤਮਾ ਵੱਲ ਜ਼ਿਆਦਾ ਜ਼ੋਰ ਦਿੱਤਾ। ਇਸ ਘਟਨਾ ਦਾ ਭਾਈ ਕੋਇਰ ਸਿੰਘ ਨੇ ਵੀ ਵਰਣਨ ਕੀਤਾ, ਹਾਂਜੀ ਪਰ ਇਤਿਹਾਸਕਾਰ ਸਰੂਪ ਦਾਸ ਭੱਲਾ ਜੀ ਲਿਖਦੇ ਆ, ਹਾਂਜੀ ਨਿਕਸੇ ਪੜਦੇ ਸੋ ਬਹੁ ਸੰਤ, ਸੁੰਦਰ ਮੂਰਤ ਨਿਰਮਲ ਮੰਤ। ਇਹਦਾ ਮਤਲਬ ਕੀ ਆ? ਉਹ ਕਹਿੰਦੇ ਜਦੋਂ ਬਾਣੀ ਦੁਬਾਰਾ ਸ਼ੁਰੂ ਕੀਤੀ, ਹਾਂਜੀ ਗੁਰੂ ਅਰਜਨ ਦੇਵ ਜੀ ਨੇ ਪਰਦਾ ਲਾਇਆ ਸੀ ਰਚਨਾ ਵਾਲੇ ਸਥਾਨ ਤੇ। ਹਾਂਜੀ ਉਹਨਾਂ ਨੇ ਭਾਈ ਗੁਰਦਾਸ ਨੂੰ ਹੁਕਮ ਕੀਤਾ ਹਾਂਜੀ ਕਿ ਭਾਈ ਜੀ ਜਿੱਦਣ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਆਵੇ, ਹਾਂਜੀ ਜਿੱਥੇ ਕਹਿ ਰਵਿਦਾਸ ਗਲਾਸ ਚਮਾਰਾ ਆਵੇ, ਤੂੰ ਉਹ ਲਿਖਣ ਤੋਂ ਪਹਿਲਾਂ ਏਦਾਂ ਪਰਦਾ ਚੱਕ ਲੈਣਾ। ਹਾਂਜੀ ਇਹ ਉਸ ਪਰਦੇ ਦੀ ਗੱਲ ਆ। ਹਾਂਜੀ ਜਿੱਦਾਂ ਹੀ ਉਹਨਾਂ ਨੇ ਪਰਦਾ ਚੱਕਿਆ
ਤੇ ਉੱਥੇ ਦੇਖਿਆ ਕਿ ਸਤਿਗੁਰੂ ਰਵਿਦਾਸ ਜੀ ਮਹਾਰਾਜ ਪਰਮਪਿਤਾ ਪਰਮਾਤਮਾ ਜੀ ਸਾਖਸ਼ਾਤ ਵਿਰਾਜਮਾਨ ਹੋ ਰਹੇ। ਹਾਂਜੀ ਤਾਂ ਉਹਨਾਂ ਨੇ ਕਿਹਾ ਵੀ ਨਿਕਸੇ ਪਰਦੇ ਚੋਂ ਬਹੁ ਸੰਤ ਸੁੰਦਰ ਮੂਰਤ ਨਿਰਮਲ ਮੰਤ। ਹਾਂਜੀ ਸੋ ਇਸ ਆਧਾਰ ਦੇ ਉੱਤੇ ਗੁਰੂ ਅਰਜਨ ਦੇਵ ਜੀ ਬ੍ਰਹਮ ਗਿਆਨੀ ਸੀ, ਹਾਂਜੀ ਤੇ ਬ੍ਰਹਮ ਗਿਆਨੀ ਸੰਤ ਝੂਠ ਬੋਲਣੇ ਨੂੰ ਪਸੰਦ ਨਹੀਂ ਕਰਦਾ। ਹਾਂਜੀ ਉਹਨਾਂ ਨੇ ਜਿਹੜੀ ਰੂਹਾਨੀ ਪਾਵਰ ਦੇਖੀ, ਹਾਂਜੀ ਜਿਹੜੀ ਰੂਹਾਨੀ ਪਾਵਰ ਦੇ ਨਾਲ ਵਰਤਾਰਾ ਉਹਨਾਂ ਦਾ ਸੀ, ਹਾਂਜੀ ਉਹਨਾਂ ਨੇ ਉਹਨੂੰ ਐਜ਼ ਇਟ ਪੂਰੇ ਦਾ ਪੂਰਾ ਵਰਣਨ ਕਰ ਦਿੱਤਾ। ਉਹ ਚਾਹੁੰਦੇ ਤੇ ਝੂਠ ਲਿਖ ਸਕਦੇ ਸੀ, ਉਹ ਚਾਹੁੰਦੇ ਕੋਈ ਨਾ ਕੋਈ ਸ਼ਬਦ ਘੱਟ ਵੱਧ ਲਿਖ ਸਕਦੇ ਸੀ। ਹਾਂਜੀ ਜਿੱਦਾਂ ਉਹਨਾਂ ਦਾ ਇੱਕ ਸ਼ਬਦ ਆਉਂਦਾ ਆ, ਪਤਿਤ ਪਨੀਤ ਲੀਏ ਕਰ ਆਪਣੇ ਸਗਲ ਕਰਤ ਨਮਸਕਾਰੋ, ਵਰਣ ਜਾਤ ਕੋ ਪੁੱਛੇ ਨਾਹੀ ਪੁੱਛੇ ਚਰਨ ਰਵਾਰੋ, ਠਾਕਰ ਐਸਾ ਨਾਮ ਤਹਾਰੋ, ਸਗਲ ਸ੍ਰੇਸ਼ਟ ਕੋ ਧਨੀ ਕੀਜੇ ਜਨ ਕੇ ਅੰਗ ਰਾਰੋ। ਸੁਣੋ ਗੱਲ ਕਿਹੜੀ ਆ, ਨਾਨਕ ਸਾਧ ਸੰਗ ਬੁੱਧ ਪਾਈ ਹਰੀ ਕੀਰਤਨ ਆਧਾਰੋ। ਇਹਨੂੰ ਵਿਚਾਰਨ ਦੀ ਗੱਲ ਆ। ਨਾਮਦੇਵ ਕਬੀਰ ਤਲੋਚਨ ਮੁਕਤ ਪਿਓ ਚਮਿਆਰੋ, ਇਹ ਸ਼ਬਦ ਨੂੰ ਵਿਚਾਰਨ ਦੀ ਲੋੜ ਆ। ਸੋ ਉਹਨਾਂ ਨੇ ਇਸ ਗੱਲ ਦਾ ਨਿਬੇੜਾ ਵੀ ਕਰ ਦਿੱਤਾ, ਇਸ ਗੱਲ ਨੂੰ ਨਿਰ ਉੱਤਰ ਵੀ ਕਰ ਦਿੱਤਾ, ਔਰ ਇੱਕੋ ਹੀ ਨਾਲ ਉਹਨਾਂ ਨੇ 2-3 ਨਿਸ਼ਾਨੇ ਸਾਧ ਦਿੱਤੇ। ਬਾਣੀ ਵੀ ਅਰਜਿਤ ਕੀਤੀ, ਭਾਈ ਗੁਰਦਾਸ ਦਾ ਸੰਸਾ ਵੀ ਜਿਹੜਾ ਉਹ ਨਿਵ੍ਰਿਤ ਕਰ ਦਿੱਤਾ। ਕੀ ਸਰ ਜੀ ਬਾਣੀ ਵਿੱਚ ਆਪਣੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਤੇ ਮਹਾਰਾਜ ਜੀ ਤੋਂ ਇਲਾਵਾ ਹੋਰ ਵੀ ਮਹਾਪੁਰਸ਼ਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਆਪਣੀ ਬਾਣੀ ਵਿੱਚ ਵਰਣਨ ਕੀਤਾ ਹੈ? ਮਨਜੀਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਆ, ਇਹ ਸੰਤਾਂ ਦੀ ਬਾਣੀ ਆ। ਹਾਂਜੀ, ਇਹ ਬ੍ਰਹਮ ਗਿਆਨੀਆਂ ਦੀ ਬਾਣੀ ਆ। ਹਾਂਜੀ ਹਾਂਜੀ, ਮੇਰੇ ਵਿੱਚ ਜਾਂ ਤੁਹਾਡੇ ਵਿੱਚ ਹਾਂਜੀ ਕੋਈ ਵੀ ਡਿਸਕ੍ਰਿਮੀਨੇਸ਼ਨ ਹੋ ਸਕਦਾ ਹੈ। ਹਾਂਜੀ ਔਰ ਹੈ, ਹਾਂਜੀ ਦੁਨੀਆ ਵਿੱਚ ਹੈ। ਹਾਂਜੀ, ਪਰ ਮੈਂ ਇਹ ਕਹੂੰਗਾ 36 ਦੇ 36 ਮਹਾਪੁਰਸ਼ ਜਿਨ੍ਹਾਂ ਦੀ ਇਹਦੇ ਵਿੱਚ ਬਾਣੀ ਆ, ਕਿਸੇ ਇੱਕ ਦੇ ਦਿਲ ਦੇ ਵਿੱਚ ਵੀ ਕਿਸੇ ਇੱਕ ਦੇ ਪ੍ਰਤੀ ਵੀ ਹਾਂਜੀ ਦੂਈ ਦਵੈਤ ਨਹੀਂ ਸੀਗਾ। ਹਾਂਜੀ, ਉਹਨਾਂ ਨੇ ਉਹ ਪਰਮਾਤਮਾ ਦੇ ਪਿਆਰੇ ਸੀ। ਹਾਂਜੀ, ਉਹਨਾਂ ਨੇ ਪਰਮਪਿਤਾ ਪਰਮਾਤਮਾ ਦੇ ਪਿਆਰਿਆਂ ਦਾ ਖੁੱਲ੍ਹ ਕੇ ਵਰਣਨ ਕੀਤਾ। ਤੀਜੇ ਪਾਤਸ਼ਾਹ ਜੀ ਨੇ ਕੀਤਾ, ਚੌਥੇ ਪਾਤਸ਼ਾਹ ਜੀ ਨੇ ਕੀਤਾ, ਪੰਜਵੇਂ ਪਾਤਸ਼ਾਹ ਨੇ ਕੀਤਾ, ਔਰ ਤੇ ਹੋਰ ਤਾਂ ਹੋਰ ਜਿੰਨੇ ਭੱਟ ਸਾਹਿਬਾਨ ਆ ਉਹਨਾਂ ਨੇ ਵੀ ਕੀਤਾ। ਹੋਰ ਤਾਂ ਹੋਰ ਇਹ ਭਾਈ ਗੁਰਦਾਸ ਜੀ ਨੇ ਵੀ ਇਹਨਾਂ ਦਾ ਕੀਤਾ ਸੀ। ਸੋ ਮੈਂ ਇੱਕੋ ਹੀ ਗੱਲ ਜਿਹੜੀ ਟੌਪ ਦੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਜਿਹੜੇ ਭਗਤ ਆ ਇਹ ਰੱਬ ਦਾ ਰੂਪ ਸੀ, ਇਹੀ ਰੱਬ ਸੀ। ਮੈਂ ਪਹਿਲਾਂ ਵੀ ਦੱਸ ਚੁੱਕਾ, ਜਿਨੀ ਸੱਚ ਤੂੰ ਡਿਠਾ। ਤੇ ਸ੍ਰੀ ਗੁਰੂ ਅਮਰਦਾਸ ਜੀ ਤੀਜੇ ਪਾਤਸ਼ਾਹ ਆਪਣੀ ਬਾਣੀ ਜੋ ਗੱਲ ਕਹਿੰਦੇ ਆ, ਭਗਤ ਜਨਾਂ ਕੋ ਆਪ ਟੁੱਠਾ ਮੇਰਾ ਪਿਆਰਾ, ਆਪੇ ਭਗਤੀ ਲਾਇਨ। ਕੀ ਭਾਵ ਇਹਦਾ? ਕਹਿੰਦੇ ਜਿਹੜੇ ਭਗਤ ਜਨ ਉਹਦੇ ਆਪਣੇ ਮਿੱਤਰ ਸੱਜਣ ਪਿਆਰੇ ਸੀ, ਆਰਾਧਕ ਸੀ, ਸੇਵਕ ਸੀ, ਹੁਣ ਉਹਨਾਂ ਨੂੰ ਆਪਣੀ ਸੇਵਾ ਦੇ ਵਿੱਚ ਆਪੇ ਲਾ ਲਿਆ, ਉਹਨਾਂ ਤੇ ਮਿਹਰ ਕੀਤੀ, ਉਹਨਾਂ ਨੂੰ ਆਪਣਾ ਬਣਾ ਲਿਆ। ਅਗਲੀ ਗੱਲ, ਇਹ ਤੋਂ ਵੱਡੀ ਗੱਲ ਸ਼ਾਇਦ ਹੀ ਕੋਈ ਕਵੇ, ਜੇ ਕੋਈ ਪੜ੍ਹੇ ਤਾਂ ਬਹੁਤ ਵਧੀਆ ਗੱਲ ਆ, ਪਰ ਸ਼ਾਇਦ ਹੀ ਕੋਈ ਇਹ ਗੱਲ ਕਵੇ। ਕਹਿੰਦੇ ਪਾਤਸ਼ਾਹੀ ਭਗਤ ਜਨਾਂ ਕੋ ਦਿੱਤੀਆਂ। ਪਰਮਾਤਮਾ ਨੇ ਆਪਣੇ ਭਗਤਾਂ ਨੂੰ ਸੰਸਾਰ ਦੀ ਪਾਤਸ਼ਾਹੀ ਬਖਸ਼ਿਸ਼ ਕੀਤੀ। ਇਹ ਛੋਟੀ ਗੱਲ ਆ? ਬਹੁਤ ਵੱਡੀ ਗੱਲ ਆ। ਆਪਣੇ ਭਗਤਾਂ ਨੂੰ ਪਾਤਸ਼ਾਹੀ ਦਿੱਤੀ। ਕਿਉਂ? ਕਿ ਭਗਤ ਰੱਬ ਦਾ ਰੂਪ ਆ, ਭਗਤ ਰੱਬ ਦੇ ਨੁਮਾਇੰਦੇ ਆ, ਭਗਤ ਰੱਬ ਦੇ ਬਾਣੀਕਾਰ ਆ। ਇੱਕ ਮੈਂ ਤੁਹਾਨੂੰ ਗੱਲ ਕਹਾਂ, ਇੱਕ ਜਗ੍ਹਾ ਮੈਂ ਕਿਤੇ ਪੜ੍ਹਿਆ ਸੀ, ਬ੍ਰਹਮ ਬੇਤਾ ਬ੍ਰਹਮੇਹੁ ਭਵਤੀ। ਇਹਦਾ ਮਤਲਬ ਪਤਾ ਕੀ ਹੁੰਦਾ? ਬ੍ਰਹਮ ਬੇਤਾ ਜਿਹੜਾ ਆ ਉਹ ਖੁਦ ਬ੍ਰਹਮ ਹੁੰਦਾ ਹੈ। ਇਸ ਕਰਕੇ ਜਿਹੜੇ ਬ੍ਰਹਮ ਦੀਆਂ ਗੱਲਾਂ ਕਰਦੇ ਸੀ ਉਹੀ ਰੱਬ ਨੂੰ ਪਿਆਰੇ ਸੀ। ਤਾਂ ਉਹਨਾਂ ਨੇ ਜਿਹੜਾ ਮੈਂ ਸ਼ਬਦ ਬੋਲਿਆ, ਭਗਤ ਜਨਾਂ ਕੋ ਆਪ ਟੁੱਠਾ ਮੇਰਾ ਪਿਆਰਾ, ਆਪੇ ਭਗਤੀ ਲਾਇਨ, ਪਾਤਸ਼ਾਹੀ ਭਗਤ ਜਨਾਂ ਕੋ ਦਿੱਤੀਆਂ, ਸਿਰ ਛਤਰ ਸੱਚਾ ਹਰ ਬਣਾਏ। ਕਹਿੰਦੇ ਉਹਨਾਂ ਦੇ ਸਿਰ ਦੇ ਉੱਤੇ ਉਹਨਾਂ ਦੇ ਸਿਰ ਦੇ ਉੱਤੇ ਪਰਮਾਤਮਾ ਨੇ ਹਰ ਦਾ, ਆਪਣੇ ਨਾਮ ਦਾ, ਆਪਣੀ ਰਹਿਮਤ ਦਾ, ਆਪਣੇ ਅਸ਼ੀਰਵਾਦ ਦਾ, ਆਪਣੀ ਤਾਕਤ ਦਾ, ਸਾਰੇ ਦਾ ਸਾਰਾ ਕਵਚ, ਸਾਰੇ ਦੇ ਉੱਤੇ ਛਤਰ ਜਿਹੜਾ ਉਹਨਾਂ ਨੂੰ ਉਹ ਪਹਿਨਾ ਦਿੱਤਾ।
ਵੈਸੇ ਤਾਂ ਬਹੁਤ ਬਾਣੀਆਂ ਜਿਹੜੀ ਕੋਟ ਕੀਤੀ ਜਾ ਸਕਦੀ ਆ ਹਾਂਜੀ ਇਹਨਾਂ ਦੇ ਜਿਨ੍ਹਾਂ ਦੇ ਸੰਬੰਧ ਦੇ ਵਿੱਚ ਉਹਨਾਂ ਦੇ ਬਾਰੇ ਉਹਨਾਂ ਨੇ ਕਿਹਾ, ਜਿਹੜਾ ਮੈਂ ਪਹਿਲਾ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਬੋਲ ਕੇ ਰਿਹਾ, ਹਾਂਜੀ ਉਹਨਾਂ ਨੇ ਕਿਹਾ ਇਸ ਕਰਕੇ ਜਿਹੜੇ ਆਪਣੇ ਮਹਾਂਪੁਰਸ਼ ਆ, ਗੁਰੂ ਸਾਹਿਬਾਨ ਆ, ਹਾਂਜੀ ਉਹਨਾਂ ਨੇ ਬੜੀ ਖੁੱਲ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਜਿਹੜੀ ਉਪਮਾ ਆ, ਜਿਹੜੀ ਉਸਤਤ ਆ, ਉਹ ਕੀਤੀ ਆ। ਹਾਂਜੀ ਕੋਈ ਜ਼ਰੂਰੀ ਨਹੀਂ ਕਿਸੇ ਨੇ ਉਹਨੂੰ ਗੁਰੂ ਕਿਹਾ ਜਾਂ ਭਗਤ ਕਿਹਾ, ਪਰ ਮੈਂ ਵਾਰ-ਵਾਰ ਕਲੀਅਰ ਕਰਦਾ, ਰੱਬ ਭਗਤ ਹੀ ਆ, ਹਾਂਜੀ ਭਗਤ ਰੱਬ ਆ। ਰੱਬ ਤੋਂ ਬਗੈਰ, ਭਗਤ ਤੋਂ ਬਗੈਰ ਕੋਈ ਗੁਰੂ ਹੋ ਹੀ ਨਹੀਂ ਸਕਦਾ। ਤੁਹਾਡੇ ਤੋਂ ਪ੍ਰਸ਼ਨ ਹੈ, ਆਪਣਾ ਅਗਲਾ ਪ੍ਰਸ਼ਨ ਆ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਕੋਈ ਹਦਾਇਤ ਦਿੱਤੀ ਆ? ਦੇਖੋ, ਬਹੁਤ ਵਧੀਆ ਪ੍ਰਸ਼ਨ ਆ। ਵੈਸੇ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿੰਨੇ 36 ਮਹਾਂਪੁਰਸ਼ਾਂ ਦੀ ਬਾਣੀ ਅੰਕਿਤ ਕੀਤੀ ਆ, ਹਾਂਜੀ ਉਹ ਇੱਕ ਹਦਾਇਤ ਹੀ ਆ। ਜਦੋਂ ਬਰਹ ਮੰਡੇ ਸੋਏ ਪਿੰਡੇ, ਹਾਂਜੀ ਮਹਾਂਪੁਰਸ਼ਾਂ ਦੀ ਉਸਤਤ ਕੀਤੀ ਆ। ਹਾਂਜੀ ਆਪਣੇ ਬੱਚਿਆਂ ਨੂੰ, ਆਪਣੇ ਸੇਵਕਾਂ ਨੂੰ, ਸ਼ਰਧਾਲੂਆਂ ਨੂੰ, ਸੇਵਕ ਜਨਾਂ ਨੂੰ, ਜਾਂ ਸਾਰੇ ਪੜ੍ਹਨ ਵਾਲੇ ਮਾਨਵਤਾ ਨੂੰ, ਗਰਭ ਸੱਚੀ ਮਾਨਵਤਾ ਨੂੰ ਇਹ ਸਾਰੀ ਸੇਧ ਦਿੰਦੀ ਆ। ਪਰ ਕੁਝ ਐਸੇ ਸ਼ਬਦ ਹਨ ਜਿਹੜੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਸੇਵਕਾਂ ਨੂੰ ਕਹੇ, ਸ਼ਾਇਦ ਉਧਰ ਵੀ ਕੋਈ ਧਿਆਨ ਨਹੀਂ ਦਿੰਦਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿੱਥੇ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਕੀਤੀ, ਹਾਂਜੀ ਜਦੋਂ ਉਹਨਾਂ ਨੇ ਆਪਣੇ ਭਾਈ ਗੁਰਦਾਸ ਜੀ ਵਾਲਾ ਜਿਹੜਾ ਘਟਨਾ ਆ, ਹਾਂਜੀ। ਉਹਨਾਂ ਦੇ ਦਿਮਾਗ ਦੇ ਵਿੱਚ ਆਈ। ਹਾਂਜੀ ਉਹ ਇੱਕ ਬ੍ਰਹਮ ਗਿਆਨੀ ਸੀ, ਹਾਂਜੀ ਹਾਂਜੀ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਗੱਲ ਆਈ, ਉਹਦੇ ਮੁਤਾਬਕ ਮੈਂ ਕਹਿ ਸਕਦਾ ਸੱਚੀ ਉਹਨੇ ਸਿੱਖਿਆ ਦਿੱਤੀ ਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿੱਥੇ 15 ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਕੀਤੀ ਆ, ਆਪਾਂ ਸਾਰਿਆਂ ਨੂੰ ਪਤਾ ਵੀ 36 ਮਹਾਂਪੁਰਸ਼ਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ। ਇਹ ਸਾਰੀ ਹਦਾਇਤਨਮਾ ਆ, ਮਾਰਗਦਰਸ਼ਕ ਆ। ਹਾਂਜੀ ਜੇ ਕੋਈ ਪ੍ਰਮਾਤਮਾ ਨੂੰ ਪਾਣਾ ਚਾਹੇ, ਹਾਂਜੀ ਇਹ ਉਹਦਾ ਮਾਰਗਦਰਸ਼ਨ ਕਰਦੀ ਆ। ਤੇ ਇੱਕ ਸਪੈਸ਼ਲ ਲਾਈਨ ਜਿਹੜੀ ਮੈਂ ਬੋਲਣੀ ਚਾਹੁੰਦਾ ਆ, ਉਹ ਇਹ ਆ ਕਿ ਭਗਤ ਜਨਾਂ ਕੋ ਸਦਾ ਨਿਵ ਰਹੀਏ, ਜਨ ਤਉ ਫਲ ਗੁਣ ਪਾਵੋਗੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਗੁਰੂ ਘਰ ਦੇ ਵਿੱਚ ਦਰਜ 15 ਮਹਾਂਪੁਰਸ਼ਾਂ ਦੀ ਬਾਣੀ ਦੇ ਪ੍ਰਤੀ ਭਗਤ ਜਨਾਂ ਕੋ ਸਦਾ ਨਿਵ ਰਹੀਏ, ਕਿ ਹਮੇਸ਼ਾ ਅਸੀਂ ਇਹਨਾਂ ਦੀ ਸੇਵਾ ਦੇ ਵਿੱਚ, ਹਾਂਜੀ ਸੇਵਾ ਸਾਧਨਾ ਦੇ ਵਿੱਚ, ਇਹਨਾਂ ਦੀ ਭਗਤੀ ਦੇ ਵਿੱਚ, ਇਹਨਾਂ ਦੀ ਉਪਮਾ ਦੇ ਵਿੱਚ ਰਹਿਣਾ ਆ। ਭਗਤ ਜਨਾਂ ਕੋ ਸਦਾ ਨਿਵ ਰਹੀਏ, ਜਨ ਤਉ ਫਲ ਗੁਣ ਪਾਵੋਗੇ, ਤਾਂ ਫਲ ਮਿਲਣਾ। ਹਾਂਜੀ ਜੋ ਨਿੰਦਾ ਦੁਸ਼ਟ ਕਰੇ ਭਗਤਨ ਕੀ, ਜਿਹੜਾ ਦੁਸ਼ਟ ਗੁਰੂ ਘਰ ਦਾ ਸਿੱਖ ਵੀ ਅਖਵਾਏ, ਜੋ ਦੁਸ਼ਟ ਨਿੰਦਾ ਕਰੇ ਭਗਤਨ ਕੀ, ਹਰਨਾਕਸ਼ ਥਿਓ ਪਚ ਜਾਵੋਗੇ। ਉਹਨਾਂ ਦਾ ਹਾਲ ਹਰਨਾਕਸ਼ ਦੇ ਵਰਗਾ ਹੋਊਗਾ। ਇਹ ਗੁਰੂ ਰਾਮਦਾਸ ਜੀ ਪੰਨਾ 1309 ਉੱਤੇ ਕਾਨੜਾ ਮਹੱਲਾ ਦੇ ਵਿੱਚ, ਕਾਨੜਾ ਮਹੱਲਾ ਚੌਥਾ, ਗੁਰੂ ਰਾਮਦਾਸ ਜੀ 1309 ਤੇ ਲਿਖਦੇ ਆ। ਕਲੀਅਰ ਕੱਟ, ਇਹ ਤੋਂ ਵੱਡੀ ਸਿੱਖਿਆ ਹੋਰ ਕੀ ਦਿੱਤੀ ਜਾ ਸਕਦੀ ਆ। ਹਾਂਜੀ ਮੈਂ ਤੈਨੂੰ ਇਹ ਕਹਿੰਦਾ, ਇੱਕ ਸਰਾਪ ਆ ਕਿ ਜਿੱਦਾਂ ਤੇ 36 ਮਹਾਂਪੁਰਸ਼ ਆ, ਇੱਕ ਤੋਂ ਚੜ ਕੇ ਇੱਕ 36 ਮਹਾਂਪੁਰਸ਼ ਸਾਡੇ ਪੂਜਣ ਯੋਗ ਆ, ਹਾਂਜੀ ਇੱਕ ਗੁਰਸਿੱਖ ਵਾਸਤੇ। ਇਸ ਕਰਕੇ ਇਹਨੂੰ ਇਹ ਵਿਸ਼ੇਸ਼ ਤੌਰ ਤੇ ਲਿਆ ਜਾਵੇ, ਇਹਦਾ ਮਹੱਤਵ ਸਮਝਿਆ ਜਾਵੇ, ਇਹਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਭਾਵਨਾਵਾਂ ਨੂੰ ਸਮਝਿਆ ਜਾਵੇ, ਇਹਦੇ ਰਾਹੀਂ ਵਿੱਚ ਹੀ ਜਿਹੜੇ 15 ਭਗਤ ਆ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਿਆ ਜਾਵੇ। ਹਾਂਜੀ ਇਹ ਇੱਕ ਬਹੁਤ ਪ੍ਰੇਰਨਾਦਾਇਕ ਸ਼ਬਦ ਆ ਸ੍ਰੀ ਗੁਰੂ ਰਾਮਦਾਸ ਜੀ ਦਾ। ਇਸ ਕਰਕੇ ਮੈਂ ਇਹ ਗੱਲ ਕਲੀਅਰ ਕਰਦਾ ਕਿ ਭਗਤ ਜਿਹੜੇ ਆ ਉਹ ਸੱਚੀ ਵਡਿਆਈ ਦੇ ਯੋਗ ਆ। ਸਰ ਜੀ, ਆਪਣਾ ਅਗਲਾ ਪ੍ਰਸ਼ਨ ਹੈ ਆਪਣੇ ਤੁਹਾਡੇ ਤੋਂ ਜਾਂਦੇ ਜਾਂਦੇ ਵੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਤੇ ਅਤੇ ਬਾਕੀ ਮਹਾਂਪੁਰਸ਼ਾਂ ਨੇ ਆਪਣੀ ਬਾਣੀ ਵਿੱਚ ਮਾਨਵਤਾ ਦਾ ਕੀ ਪੱਖ ਪੇਸ਼ ਕੀਤਾ? ਦੇਖੋ, ਜਦੋਂ ਸਰਬਪ੍ਰਥਮ ਤਾਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਆਏ ਆ, ਹਾਂਜੀ ਹਾਂਜੀ ਜਿਹੜੇ ਕਬੀਰ ਸਾਹਿਬ ਤੋਂ 21 ਸਾਲ ਵੱਡੇ ਆ, ਹਾਂਜੀ ਗੁਰੂ ਨਾਨਕ ਦੇਵ ਤੋਂ 93 ਸਾਲ ਵੱਡੇ ਆ। ਹਾਂਜੀ ਤੇ ਫਿਰ ਭਗਤੀ ਦੇ ਹਿਸਾਬ ਦੇ ਨਾਲ ਜਿਹੜੇ ਸ਼੍ਰੀਮਤੀ ਐਂਗਲ ਡਿਊਰੈਂਡ ਆ, ਉਹ ਇਹ ਗੱਲ ਕਹਿੰਦੇ ਆ ਕਿ ਭਗਤੀ ਲਹਿਰ ਦੇ ਮੁੱਢੀ ਸੀ, ਜਨਕ ਸੀ। ਤਾਂ
ਇਹਨਾਂ ਨੇ ਮਾਨਵਤਾ ਨੂੰ ਜਿਹੜੇ ਸਰਬ ਪ੍ਰਥਮ ਜਿਹੜੇ ਦਿੱਤੇ ਆ, ਉਹਦੇ ਵਿੱਚ ਤੁਸੀਂ ਕਿਸੇ ਵੀ ਚੀਜ਼ ਦਾ ਜਿਹੜਾ ਵਰਣਨ ਕਰ ਸਕਦੇ ਆ। ਇੱਕ ਤਾਂ ਇਹ ਕਿ ਭਗਤਾਂ ਦੇ ਸੰਸਾਰੀਆਂ ਜੋੜ ਕਦੇ ਨਾ ਹੋਏ। ਭਗਤਾਂ ਦਾ ਤੇ ਭਗਤਾਂ ਸੰਤਾਂ ਦਾ ਗੁਰੂਆਂ ਦਾ ਛੇਤੀ ਕਿਤੇ ਸੰਸਾਰਿਕ ਲੋਕਾਂ ਨਾਲ ਜੋੜ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਕਿਉਂਕਿ ਜਿਹੜੇ ਉਹਨਾਂ ਦੀ ਲਾਈਨ ਤੇ ਨਹੀਂ ਚੱਲਦੇ ਉਹਨਾਂ ਦਾ ਜੋੜ ਨਹੀਂ ਹੁੰਦਾ। ਤੀਜਾ, ਇੱਕ ਗੱਲ ਹੋਰ ਸਪਸ਼ਟ ਕਰਨੀ ਚਾਹੁੰਦਾ ਆ, ਇਹ ਕਬੀਰ ਬਾਣੀ ਚ ਆਉਂਦਾ ਆ, ਬ੍ਰਹਮ ਬੋਲੇ ਕਾਇਆ ਕੇ ਓਲੇ, ਕਾਇਆ ਬਿਨ ਬ੍ਰਹਮ ਕੈਸੇ ਬੋਲੇ। ਕਬੀਰ ਸਾਹਿਬ ਕਹਿੰਦੇ ਆ ਵੀ ਜਿਹੜਾ ਬ੍ਰਹਮ ਆ ਉਹਨ ਕਾਇਆ ਦੇ ਰਾਹੀਂ ਬੋਲਣਾ, ਜਿੱਦਾਂ ਅਸੀਂ ਸਰੀਰਕ ਰੂਪ ਚ ਬੋਲਦੇ ਹਾਂ। ਬ੍ਰਹਮ ਬੋਲੇ ਕਾਇਆ ਕੇ ਓਲੇ, ਕਾਇਆ ਬਿਨਾ ਬ੍ਰਹਮ ਕੈਸੇ ਬੋਲੇ। ਜਿਹੜਾ ਜੀਵ ਪ੍ਰਗਟ ਨਹੀਂ ਹੁੰਦਾ ਉਹ ਬ੍ਰਹਮ ਦੀ ਗੱਲ ਨਹੀਂ ਕਰ ਸਕਦਾ। ਸੋ ਜਿਹੜੇ ਭਗਤ ਆ, ਉਹਨਾਂ ਨੇ ਗੁਰੂ ਆ, ਉਹਨਾਂ ਨੇ ਸੰਤਾਂ ਨੇ, ਮਹਾਪੁਰਸ਼ਾਂ ਨੇ ਉਹਨਾਂ ਦੀ ਗੱਲ ਕੀਤੀ ਆ। ਸੰਤ ਸਰਵਦਾਸ ਮਹਾਰਾਜ ਨੇ ਵੀ ਉਹਨਾਂ ਦੀ ਗੱਲ ਕੀਤੀ ਆ। ਜਿੰਨੇ ਸਾਡੇ ਮਹਾਪੁਰਸ਼ ਹੋਏ ਆ ਡੇਰੇ ਦੇ, ਉਹਨਾਂ ਨੇ ਵੀ ਉਹਨਾਂ ਦੀ ਗੱਲ ਕੀਤੀ ਆ। ਉਹ ਇਹਦੇ ਵਿੱਚ ਕਹਿਣਾ ਕੀ ਚਾਹੁੰਦੇ ਆ? ਹਰ ਮਹਾਪੁਰਸ਼ ਦੀ ਬਾਣੀ ਮਾਨਵਤਾ ਨੂੰ ਹੀ ਸੇਧ ਦਿੰਦੀ ਆ। ਜਿੱਦਾਂ ਮਹਾਰਾਜ ਕਹਿੰਦੇ ਆ ਕਿ ਤੋਹੀ ਮੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰਾਂਗੇ ਜਦ, ਇਹਦੇ ਵਿੱਚ ਵੀ ਉਹ ਇਹੀ ਕਹਿਣਾ ਚਾਹੁੰਦੇ ਆ। ਮਾਨਵਤਾ ਲਈ ਕਹਿੰਦੇ ਆ ਕਿ ਪਰਮਾਤਮਾ ਦਾ ਤੇ ਮਾਨਵਤਾ ਦਾ, ਪਰਮਾਤਮਾ ਦਾ ਤੇ ਮਾਨਵ ਦਾ ਕੋਈ ਅੰਤਰ ਨਹੀਂ। ਪਰਮਾਤਮਾ ਦਾ ਰੂਪ ਆ। ਪਰਮਾਤਮਾ ਬ੍ਰਹਮ ਜਿਹੜਾ ਆ, ਸਤਨਾਮ ਪਾਰ ਬ੍ਰਹਮ ਜਿਹੜਾ ਆ, ਉਹ ਸ੍ਰਿਸ਼ਟੀ ਦੇ ਵਿੱਚ ਰਮਿਆ ਹੋਇਆ ਹੈ ਤੇ ਸ੍ਰਿਸ਼ਟੀ ਦੇ ਨੂਰ ਦੇ ਵਿੱਚ, ਕਣ ਕਣ ਦੇ ਵਿੱਚ ਬ੍ਰਹਮ ਵਸਿਆ ਹੋਇਆ। ਜੇ ਫਿਰ ਉਹ ਕਹਿੰਦੇ ਆ ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰ, ਰਿਦੇ ਰਾਮ ਗੋਬਿੰਦ ਗੁਣਸਾਰ। ਕਹਿੰਦੇ ਤੂੰ ਕੱਲੀ ਜਾਤਾਂ ਹੀ ਦੇਖੀ ਜਾਣਾ, ਬੰਦੇ ਦੀਆਂ ਜਾਤਾਂ ਨਾ ਦੇਖੋ, ਬੰਦੇ ਦੇ ਦਿਲ ਦੇ ਅੰਦਰ ਵਿਰਾਜਮਾਨ ਭਗਤੀ ਦੇ ਗੁਣ ਦੇਖੋ, ਗੁਣ ਦੇਖੋ। ਤੇ ਉਹਨੇ ਕਿਹਾ ਬਈ ਆਪਣੇ ਬਾਪੇ ਨਹੀਂ ਕਿਸੇ ਕੋ ਪਾਵਨ ਕੋ ਹੈ ਰਾਜਾ। ਉਹਨਾਂ ਨੇ ਨਾਲ ਲੱਗਦਾ ਵਜਰ ਕੀਤਾ ਕਿ ਪਰਮਾਤਮਾ ਸ੍ਰਿਸ਼ਟੀ ਦਾ ਮਾਲਕ ਆ, ਇਹ ਸਾਰੇ ਜੀਵ ਉਹਦੇ ਆ। ਇਸ ਕਰਕੇ ਚਾਹੇ ਕੋਈ ਅਮੀਰ ਹੋਵੇ, ਵਜ਼ੀਰ ਹੋਵੇ, ਚਾਹੇ ਕੋਈ ਰਾਜਾ ਹੋਵੇ, ਚਾਹੇ ਕੋਈ ਧਨਾੜ ਹੋਵੇ, ਕੋਈ ਵੱਡਾ ਫਾਰਮਾਸਿਸਟ ਹੋਵੇ, ਉਹ ਕਹਿੰਦੇ ਪਰਮਾਤਮਾ ਕਿਸੇ ਦੇ ਬਾਪ ਦਾ ਨਹੀਂ, ਪਰਮਾਤਮਾ ਉਹਦਾ ਆ ਜਿਹੜਾ ਸੱਚਾ ਆ। ਜਿਹੜਾ ਸੱਚਾ ਆ ਪਰਮਾਤਮਾ ਉਹਦੇ ਨਾਲ ਆ। ਝੂਠਾ ਜਿੱਡਾ ਵੱਡਾ ਮਰਜ਼ੀ ਹੋਵੇ ਉਹਦੇ ਨਾਲ ਨਹੀਂ ਹੁੰਦਾ। ਨਾਲੇ ਉਹਨਾਂ ਨੇ ਫਿਰ ਇੱਕ ਗੱਲ ਹੋਰ ਕਹਿਤੀ, ਸਭ ਤੋਂ ਵੱਡਾ ਉਹਨਾਂ ਨੇ ਜਿਹੜਾ ਕੀਤਾ, ਕਹਿੰਦੇ ਰਵਿਦਾਸ ਹਮਾਰੋ ਰਾਮ ਜੀ ਦਸ਼ਰਥ ਕਰ ਸੁਤ ਨਾਹੀ, ਰਾਮ ਹਮੂ ਮੈਂ ਫਸ ਰਿਹਾ ਬੇਸਬ ਕਟੰਬ ਮੈਂ ਮਾਹੀ, ਮੈਂ ਜਿਸ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਅੰਤਰਜਾਮੀ ਰਾਮ ਦੀ ਪੂਜਾ ਕਰਦਾ ਹਾਂ। ਜਿਹਨੂੰ ਉਹਨਾਂ ਨੇ ਕਿਹਾ ਸਤਨਾਮ ਓੰਕਾਰ ਸਤਨਾਮ ਹੈ, ਆਦਿ ਅੰਤ ਸਭ ਸਤ, ਰਵਿਦਾਸ ਸਤ ਕੇ ਸਾਮ ਹੈ, ਟਿਕ ਵੀ ਨਹੀਂ ਸਤ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਓੰਕਾਰ ਆ, ਅਕਾਲ ਆ, ਇਹ ਬ੍ਰਹਮ ਦਾ, ਇਹ ਬ੍ਰਹਮ ਆ ਤਿੰਨੇ, ਤੇ ਜਿਹੜਾ ਸਤਨਾਮ ਆ ਉਹ ਪਾਰ ਬ੍ਰਹਮ ਆ। ਉਹ ਕਹਿੰਦੇ ਅਸੀਂ ਪਾਰ ਬ੍ਰਹਮ ਤੋਂ ਬਗੈਰ ਕਿਸੇ ਦੀ ਸੇਵਾ ਨਹੀਂ ਕਰਦੇ। ਸੋ ਜਿਨ ਵੀ ਤਰਨਾ, ਜਿਨ ਵੀ ਮੁਕਤ ਹੋਣਾ, ਜਿਨ ਵੀ ਇਸ ਸੰਸਾਰ ਦੇ ਵਿੱਚ ਜੀਵਨ ਭਵ ਸਾਗਰ ਤੋਂ ਟੱਪਣਾ ਆ, ਉਹ ਪਰਮ ਪਿਤਾ ਪਰਮਾਤਮਾ ਦੀ ਸੇਵਾ ਕਰੇ। ਫਿਰ ਉਹਨਾਂ ਨੇ ਕੀ ਕਹਿਤਾ, ਇਦਾਂ ਹੀ ਕਬੀਰ ਸਾਹਿਬ ਨੇ ਕਿਹਾ, ਪਾਤੀ ਤੋੜੇ ਮਾਲ ਨਹੀਂ, ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋੜੇ ਸੋ ਪਾਹਨ ਨਰ ਜੀਓ, ਭੁੱਲੀ ਮਾਲ ਨਹੀਂ ਹੈ ਹੋ, ਸਤਿਗੁਰ ਜਾਗਦਾ ਹੈ ਦਿਓ। ਉਹ ਕਹਿੰਦੇ ਜਾਗਦਾ ਜੀਵਨ, ਜਾਗਦਾ ਗੁਰੂ ਮਾਨਵ ਨੂੰ ਸੇਧ ਦੇ ਸਕਦਾ, ਹੋਰ ਕੋਈ ਗੁਰੂ ਨਹੀਂ ਦੇ ਸਕਦਾ, ਹੋਰ ਕੋਈ ਗੁਰੂ ਬਣੇ ਨਹੀਂ ਸਕਦਾ। ਫਿਰ ਕਬੀਰ ਸਾਹਿਬ ਨੇ ਇੱਕ ਹੋਰ ਗੱਲ ਨਾਲੇ ਕਹਿਤੀ, ਕੋਊ ਹਰ ਸਮਾਨ ਨਹੀਂ ਰਾਜਾ, ਪਰਮ ਪਿਤਾ ਪਰਮਾਤਮਾ ਤੋਂ ਨਾਲੋਂ ਕੋਈ ਵੱਡਾ ਰਾਜਾ ਨਹੀਂ। ਇਹ ਭੂਪਤ ਸਭ ਦਿਵਸ ਕਰਕੇ ਝੂਠਾ ਕਰਤੇ ਦਵਾਜਾ, ਕਹਿੰਦੇ ਤਾਂ ਪਖੰਡ ਕਰਦੇ ਆ। ਇਹ 4 ਦਿਨ ਆਏ ਚਲ ਗਏ। ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਅੰਤਰਜਾਮੀ, ਸदैव ਰਹਿਣ ਵਾਲਾ, ਚਿਰ ਸਥਾਈ, ਜਿਹਨੂੰ ਬੇਗਮਪੁਰ ਦੇ ਵਿੱਚ ਕਿਹਾ ਕਾਇਮ ਦਾਇਮ ਸਦਾ ਪਾਤਸ਼ਾਹੀ। ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਨੇ ਕਿਹਾ। ਇਸ ਕਰਕੇ ਇਹਨਾਂ ਨੂੰ ਜਿੰਨੀਆਂ ਵੀ ਇਹਨਾਂ ਨੇ ਗੱਲਾਂ ਕੀਤੀਆਂ, ਜੋ ਸੇਧ ਦਿੱਤੀ ਆ, ਇਹਨਾਂ ਨੇ ਕਿਹਾ ਨਾ रविदास जो बेता ब्रह्म का सोई ब्राह्मण जान, ब्राह्मण ना जो जाने सोए ना ब्राह्मण मान, ऊंची कुल के कारणे ब्राह्मण कोई ना होए, जो जाने ब्रह्म आत्मा। रविदास ब्राह्मण सोए, ब्राह्मण ਉਹ ਆ ਜਿਹੜਾ ਬ੍ਰਹਮ ਦਾ ਗਿਆਨ ਰੱਖਦਾ। ਜਿਹੜਾ ਬ੍ਰਹਮ ਦਾ ਗਿਆਨ ਨਹੀਂ ਰੱਖਦਾ ਉਹਨੂੰ ਆਪਾਂ ਬ੍ਰਾਹਮਣ ਕਿੱਦਾਂ ਕਹ ਲਈਏ? ਬ੍ਰਹਮ ਗਿਆਨ ਜਿਹੜਾ ਜੱਦੀ ਨਹੀਂ ਹੁੰਦਾ। ਬ੍ਰਹਮ ਗਿਆਨ ਜਿਹੜਾ ਕੋਈ ਪ੍ਰਾਪਰਟੀ ਥੋੜੀ ਆ, ਜਾਇਦਾਦ ਥੋੜੀ ਆ ਜਿਹੜੀ ਪੋਸਟ ਬਾਈ ਪੋਸਟ ਅਸੀਂ ਕਿਸੇ ਦੇ ਦੇਵਾਂਗੇ, ਨਹੀਂ। ਇਹ ਆਪ ਅਰਜਿਤ ਕੀਤੀ ਭਗਤੀ ਦਾ ਇੱਕ ਗੁਣ ਆ। ਇਸੇ ਕਰਕੇ ਉਹਨਾਂ ਨੇ ਕਿਹਾ ਸਾਰੀ ਕੋਈ ਗੱਲ ਕਰਕੇ ਕਿ ਸਾਡੇ ਲਈ, ਤਾਂ ਹੀ ਉਹਨੇ ਕਿਹਾ ਵੀ ਰੱਬ ਜਿਹੜਾ ਆ ਮਾਥੇ ਤਿਲਕ ਹੱਥ ਵਾਲਾ ਪਾਣਾ, ਲੋਕ ਨਾ ਰਾਮ ਖਲੋਣਾ ਜਾਣਾ। ਕਹਿੰਦੇ ਰੱਬ ਕੋਈ ਖਿਲਾਉਣਾ ਥੋੜੀ ਹੈ। ਇਸ ਕਰਕੇ ਇਦਾਂ ਨਾਮਦੇਵ ਜੀ ਨੇ ਕਿਹਾ, ਮੋਏ ਹੋਏ ਕੋ ਮੁਕਤ ਦਿਓਗੇ, ਤੇਰੀ ਮੁਕਤ ਨਾ ਜਾਣੇ ਕੋਇਲਾ।
ਇਹ ਪੰਡੀਆਂ ਨੂੰ ਮੁਝੇ ਢੇਡ ਗਹਿਤ ਹੈ, ਹਾਂਜੀ ਤੇਰੀ ਪੈਣ ਪਛਾਉਣੀ ਹੋਇਲ। ਇਹਨਾਂ ਨੇ ਪੈਰ ਪੈਰ ਦੇ ਉੱਤੇ ਸਤਿਗੁਰੂ ਨਾਮਦੇਵ ਜੀ ਮਹਾਰਾਜ, ਸਤਿਗੁਰੂ ਕਬੀਰ ਜੀ ਮਹਾਰਾਜ, ਸਤਿਗੁਰੂ ਰਵਿਦਾਸ ਜੀ ਮਹਾਰਾਜ, ਹੋਰ ਮਹਾਂਪੁਰਸ਼ਾਂ ਨੇ ਇਹੀ ਸੇਧ ਦਿੱਤੀ ਆ, ਪਰਮ ਪਿਤਾ ਪਰਮਾਤਮਾ ਦੀ ਸੇਵਾ ਕਰੋ। ਜਦੋਂ ਅਸੀਂ ਕਹਿੰਦੇ ਬੋਲੇ ਸੋ ਨਿਰਭੈ, ਇਹਦਾ ਮਤਲਬ ਹੈ ਜਿਹੜਾ ਗੁਰੂ ਦੀ ਜੈ ਕਰਦਾ ਉਹ ਨਿਡਰ ਹੋ ਜਾਂਦਾ, ਉਹ ਨਿਰਭੈ ਹੋ ਕੇ ਸਾਰੇ ਪਾਸੇ ਵਿਚਰ ਸਕਦਾ। ਇਸ ਕਰਕੇ ਸਤਿਗੁਰਾਂ ਨੇ ਕੱਲੇ ਕੱਲੇ ਪੈਰ ਪੈਰ ਤੇ ਹਮੇਸ਼ਾ ਹੀ ਦੁਨੀਆ ਦੇ ਵਿੱਚ ਜਿਹੜੀ ਗੱਲ ਕੀਤੀ ਆ ਉਹ ਇਹੀ ਕੀਤੀ ਆ ਕਿ ਪਰਮਾਤਮਾ ਇੱਕ ਆ, ਉਹਦੀ ਸੇਵਾ ਦੇ ਵਿੱਚ ਰਹੋ। ਜਿਹਦੇ ਵਿੱਚ ਉਹਦੇ ਜਾਂਦਾ ਨਾ, ਤੇ ਜਿਹੜੇ ਪੰਡਤਾਂ ਨੂੰ ਦੇਖੋ ਕਿੱਡੀ ਵੱਡੀ ਗੱਲ ਆ, ਕਚਹਿਰੀ ਪੰਡਤਾਂ ਦੀ, ਰਾਜ ਰਾਜਿਆਂ ਦਾ, ਉੱਥੇ ਹਾਜ਼ਰੀ ਦਲਿਤਾਂ ਦੀ ਕੋਈ ਨਹੀਂ। ਹਾਂਜੀ ਤੇ ਸਤਿਗੁਰੂ ਰਵਿਦਾਸ ਕਬੀਰ ਸਾਹਿਬ ਉਹਨਾਂ ਨੂੰ ਕਹਿੰਦੇ ਆ, ਜੋ ਤੂੰ ਬਾਹਮਣੀ ਜਾਇਆ ਆਨ ਵਾਠ ਕਾਹੇ ਨਹੀਂ ਆਇਆ। ਕਾਹੇ ਨਹੀਂ ਆਇਆ। ਹਾਂਜੀ ਤੁਮ ਕਤ ਬਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ, दूध ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋਈ ਬ੍ਰਾਹਮਣ ਕਹੀਏ ਤੇ ਹਮਾਰੇ। ਮੈਂ ਇੱਕ ਗੱਲ ਕਹਿ ਕੇ ਐ ਗੱਲ ਸਮਾਪਤ ਕਰਨੀ ਚਾਹੁੰਦਾ। ਸਤਿਗੁਰੂ ਕਬੀਰ ਜੀ ਮਹਾਰਾਜ ਕਹਿੰਦੇ ਆ, ਜਿਹੜੇ ਪੁਰਾਣੇ ਹਿਸਟੋਰੀਅਨ ਆ ਉਹ ਵੀ ਲਿਖਦੇ ਆ, ਅਸੀਂ ਵੀ ਜਾਣਦੇ ਆ, ਅਸੀਂ ਇਸ ਗੱਲ ਨੂੰ ਮੰਨਦੇ ਆ ਕਿ ਸਤਿਗੁਰੂ ਕਬੀਰ ਜੀ ਦੀ ਬਾਣੀ ਨੂੰ ਰਵਿਦਾਸ ਦੀ ਬਾਣੀ ਕਹਿ ਸਕਦੇ ਆ, ਹਾਂਜੀ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਨੂੰ ਸਤਿਗੁਰੂ ਕਬੀਰ ਜੀ ਦੀ ਕਹਿ ਸਕਦੇ। ਕਿਉਂ? ਇਹ ਦੋਨੇ ਭਰਾ ਸੀ, ਦੋਨੇ ਮਿੱਤਰ ਸੀ, ਹਾਂਜੀ ਦੋਨੇ ਸਮਕਾਲੀ ਸੀ। ਸਤਿਗੁਰੂ ਰਵਿਦਾਸ ਜੀ ਮਹਾਰਾਜ ਬਹੁਤ ਕ੍ਰਾਂਤੀਕਾਰੀ ਸੀ, ਪਰ ਰਸਨਾ ਤੋਂ ਸ਼ਾਂਤ ਰਹਿੰਦੇ ਸੀ। ਹਾਂਜੀ ਸਤਿਗੁਰੂ ਕਬੀਰ ਸਾਹਿਬ ਬਹੁਤ ਕ੍ਰਾਂਤੀਕਾਰੀ ਸੀ, ਗਰਮ ਖਿਆਲਾਂ ਦੇ ਸੀ, ਪਰ ਉਹਨਾਂ ਨੇ ਸਮੇਂ ਦੇ ਮੁਤਾਬਕ, ਸਮੇਂ ਦੀ ਲੋੜ ਦੇ ਮੁਤਾਬਕ ਹਰ ਗੱਲ ਕੀਤੀ। ਜਿਵੇਂ ਕਿ ਉਹਨਾਂ ਨੇ ਆਹ ਗੱਲ ਕੀਤੀ, ਇੱਕ ਉਹਨਾਂ ਦਾ ਸ਼ਬਦ ਆਉਂਦਾ ਆ, ਹਮ ਕਰ ਸੂਤ ਤਣੇ ਨਿਤ ਤਾਣਾ, ਕੰਠ ਜਨੇਊ ਤੁਮਾਰੇ। ਕਹਿੰਦੇ ਓਏ ਗੱਲ ਸੁਣ ਮੇਰੀ, ਸਾਡੇ ਘਰਾਂ ਦੇ ਵਿੱਚ ਸੂਤ ਹੁੰਦਾ ਹੈ, ਅਸੀਂ ਸੂਤ ਟੇਰਦੇ ਆ, ਹਾਂਜੀ ਤਾਣਾ ਤਣਦੇ ਆ, ਕੱਪੜਾ ਬੁਣਦੇ ਆ। ਸਾਡੇ ਘਰੋਂ ਧਾਗਾ ਚੱਕ ਕੇ ਲੈ ਕੇ ਤੂੰ ਆਪਣੇ ਗਲ ਪਾ ਕੇ ਸਾਨੂੰ ਇਸ ਗੱਲ ਨਾਲ ਡਰਾਉਣਾ ਹੈ, ਕੰਠ ਜਨੇਊ ਤੁਮਾਰੇ, ਤੇ ਜਨੇਊ ਤੇਰੇ ਗਲ ਵਿੱਚ ਬਹਿ ਗਿਆ। ਉਹਦੀ ਲਾਸਟ ਵਿੱਚ ਮਹਾਰਾਜ ਦੀ ਇੱਕ ਲਾਈਨ ਆ ਕਬੀਰ ਸਾਹਿਬ ਦੀ ਸੁਣਨ ਵਾਲੀ। ਮਹਾਰਾਜ ਕਹਿੰਦੇ, ਜੇ ਤੂੰ ਬਾਹਮਣ ਮੈਂ ਕਾਂਛੀ ਕਾ ਜਲਾਹ, ਬੂਝੋ ਮੋਰਾ ਗਿਆਨ। ਕਹਿੰਦੇ ਬ੍ਰਹਮ ਗਿਆਨ ਦੀ ਗੱਲ ਕਰ, ਜੇ ਤੂੰ ਬਾਹਮਣ ਆ ਮੈਨੂੰ ਦੱਸ ਬ੍ਰਹਮ ਗਿਆਨ ਕੀ ਹੁੰਦਾ। ਬੂਝੋ ਮੋਰਾ ਗਿਆਨ ਤੁਮ ਤੋਂ ਜਾਚਿਤ ਭੂਪਤ ਰਾਜੇ, ਹਾਂਜੀ ਹਰ ਸੰਗ ਮੋਰ ਧਿਆਨਾ। ਕਹਿੰਦੇ ਓਏ ਸਾਡੀ 24 ਘੰਟੇ, ਸਾਡੀ ਦਾ ਮਤਲਬ ਸਾਡੇ ਜਿਹੜੇ ਮਹਾਂਪੁਰਸ਼ ਆ, ਸਾਡੇ ਜਿਹੜੇ ਭਗਤ ਜਾਣੇ ਆ, ਸੰਤ ਜਾਣੇ ਆ, ਸਾਧੂ ਜਾਣੇ ਆ, ਸਾਡੀ 24 ਘੰਟੇ ਪਰਮ ਪਿਤਾ ਪਰਮਾਤਮਾ ਨਾਲ ਲਿਵ ਜੁੜੀ ਰਹਿੰਦੀ ਆ। ਸੋ ਮੈਂ ਤੁਹਾਨੂੰ ਨਿਸ਼ਕਸ਼ ਦੇ ਤੌਰ ਤੇ ਇੱਕ ਗੱਲ ਕਹਿਣੀ ਚਾਹੁੰਦਾ ਆ, ਬ੍ਰਹਮ ਗਿਆਨੀ ਕੋਈ ਵੀ ਹੋਵੇ, ਉਹਨੂੰ ਕੋਈ ਵੀ ਦਰਜਾ ਦੇ ਦਿਓ। ਗੁਰੂ ਨਾਨਕ ਸਾਹਿਬ ਨੂੰ ਕਰਈਆ ਕਿਹਾ, ਹਾਂਜੀ ਸਤਿਗੁਰੂ ਰਵਿਦਾਸ ਜੀ ਨੂੰ ਕਈ ਸ਼ਬਦਾਂ ਨਾਲ ਵਿਚਾਰਿਆ, ਕਬੀਰ ਸਾਹਿਬ ਦੇ ਪ੍ਰਤੀ, ਨਾਮਦੇਵ ਜੀ ਦੇ ਪ੍ਰਤੀ, ਹੋਰ ਮਹਾਂਪੁਰਸ਼ਾਂ ਦੇ ਪ੍ਰਤੀ ਵਿਚਾਰਿਆ। ਜਿਹੜਾ ਬ੍ਰਹਮ ਗਿਆਨੀ ਆ ਉਹ ਆਤਮ ਬਲ ਦੇ ਉੱਤੇ ਕੁਝ ਵੀ ਕਰਨ ਦੀ ਸਮਰੱਥਾ ਰੱਖਦਾ ਹੈ। ਉਹ ਕ੍ਰਾਂਤੀ ਲਿਆ ਸਕਦਾ ਹੈ, ਹਾਂਜੀ ਉਹ ਕ੍ਰਾਂਤੀ ਬੁਝਾ ਸਕਦਾ ਹੈ, ਹਾਂਜੀ ਉਹ ਆਪਣੀ ਗੱਲ ਕਹੀ ਨੂੰ ਸਾਬਤ ਕਰਨ ਦੇ ਲਈ ਪਰਮਾਤਮਾ ਨੇ ਛੱਡ ਦਿੱਤਾ। ਅਸੀਂ ਨਾਮਦੇਵ ਜੀ ਦਾ ਸੁਣਦੇ ਹੀ ਆ, ਹਾਂਜੀ ਉਹਨਾਂ ਨੇ ਗਊਆਂ ਜੀ ਦੀਆਂ ਕੀਤੀਆਂ, ਹਾਂਜੀ ਜਦੋਂ ਨਹੀਂ ਚੱਲੀ ਤੇ ਪਰਮਾਤਮਾ ਨੇ ਉਹ ਕੀਤਾ। ਕਿਉਂ ਕੀਤਾ? ਬ੍ਰਹਮ ਗਿਆਨੀ ਰੱਬ ਦਾ ਰੂਪ ਆ, ਪਰਮਾਤਮਾ ਬ੍ਰਹਮ ਗਿਆਨੀਆਂ ਦੀ ਪਿੱਠ ਨਹੀਂ ਲੱਗਣ ਦਿੰਦਾ। ਹਾਂਜੀ ਇਸੇ ਕਰਕੇ ਮੈਂ ਗੁਰੂ ਨਾਨਕ ਸਾਹਿਬ ਦੀ ਵੀ ਇੱਕ ਛੋਟੀ ਜਿਹੀ ਗੱਲ ਕਹਿ ਦਿੰਦਾ, ਮਤਾ ਕਿਸੇ ਗੱਲ ਦੇ ਦਿਲ ਚ ਭੁਲੇਖਾ ਹੋਵੇ। ਹਾਂਜੀ ਉਹਨੇ ਕਿਹਾ, ਅਤ ਸੁੰਦਰ ਚਤਰ ਕਲੀਨ ਮੁਖ ਗਿਆਨੀ ਧਨਵੰਤ। ਅਤ ਸੁੰਦਰ ਚਤਰ ਕੁਲੀਨ ਮੁਖ ਗਿਆਨੀ ਧਨਵੰਤ, ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਹੁਣ ਤੁਸੀਂ ਸਾਰੇ ਮਹਾਂਪੁਰਸ਼ਾਂ ਦਾ ਲਾ ਲਓ, ਕਿਹਦੀ ਵੀ ਬਸਾਖਿਆ ਲਾ ਲਓ, ਉਹਨਾਂ ਨੇ ਜਦੋਂ ਵੀ ਦਿੱਤਾ ਉਹ ਮਾਰਗਦਰਸ਼ਨ ਕੀਤਾ, ਉਹ ਭਗਤ ਨਹੀਂ ਕੀਤਾ। ਭਗਤ ਗੁਰੂ ਆ, ਭਗਤ ਜਿਹੜਾ ਗੁਰੂ ਨਹੀਂ ਤਾਂ ਧਰਤੀ ਦੇ ਉੱਤੇ ਰੱਬ ਦਾ ਜਿਹੜਾ ਸਰੂਪ ਆ, ਰੱਬ ਦੀ ਜਿਹੜੀ ਹੋਂਦ ਆ, ਹਾਂਜੀ ਇਹ ਉਹਨੂੰ ਠੇਸ ਪਹੁੰਚ ਸਕਦੀ ਆ। ਇਸ ਕਰਕੇ ਗੁਰਬਾਣੀ ਦਾ ਨਿਸ਼ਕਸ਼ ਆ, ਪਰਮਾਤਮਾ ਭਗਤ ਆ, ਭਗਤ ਪਰਮਾਤਮਾ ਆ, ਜਿਹੜਾ ਭਗਤ ਆ ਉਹੀ ਗੁਰੂ ਆ। ਉਹਨੂੰ ਬ੍ਰਹਮ ਗਿਆਨੀ ਨੂੰ ਜਿਹੜੇ ਮਰਜ਼ੀ ਨਾਂ ਨਾਲ ਬੁਲਾ ਲਵੋ, ਬ੍ਰਹਮ ਗਿਆਨੀ ਹਮੇਸ਼ਾ ਹੀ ਗੁਰੂ ਸੀ, ਗੁਰੂ ਹੈ ਤੇ ਗੁਰੂ ਰਹੂਗਾ। ਇਸ ਕਰਕੇ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਅੰਤਰਜਾਮੀ ਸਤਿਗੁਰੂ ਰਵਿਦਾਸ ਜੀ ਮਹਾਰਾਜ, ਸਤਿਗੁਰੂ ਨਾਮਦੇਵ ਜੀ ਮਹਾਰਾਜ, ਸਤਿਗੁਰੂ ਕਬੀਰ ਜੀ ਮਹਾਰਾਜ ਅਤੇ ਬਾਕੀ ਦੇ ਮਹਾਂਪੁਰਸ਼ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠੇ, ਉਹ ਸਾਰੇ ਗੁਰੂ ਆ।
ਤੇ ਸਰ ਜੀ ਤੁਹਾਡਾ ਬਹੁਤ-ਬਹੁਤ ਰਵਿਦਾਸੀਆ ਟੀਵੀ ਤੇ ਆਉਣ ਦੇ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ। ਥੈਂਕ ਯੂ। ਤੇ ਸੰਗਤਾਂ ਦਾ ਧੰਨਵਾਦ, ਰਵਿਦਾਸੀਆ ਟੀਵੀ ਵਾਲਿਆਂ ਦਾ ਤੇ ਧੰਨਵਾਦ। ਸਾਰੇ ਰਵਿਦਾਸੀਆ ਟੀਵੀ ਦੇਖ ਰਹੀਆਂ ਸੰਗਤਾਂ ਨੂੰ ਇੱਕ ਮਨਜੀਤ ਰਾਵਲ ਵੱਲੋਂ ਅਪੀਲ ਹੈ ਜੀ। ਤੇ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ 2021 ਵਿੱਚ ਜਨਗਣਨਾ ਆ ਰਹੀ ਆ, ਤੇ ਆਪਾਂ ਵੱਧ ਤੋਂ ਵੱਧ ਰਵਿਦਾਸੀਆ ਧਰਮ ਲਿਖਾਉਣਾ ਆ, ਤੇ ਉਸ ਕਾਲਮ ਬਣਾਉਣ ਸੰਬੰਧੀ ਵੀ ਆਪਾਂ ਸੰਘਰਸ਼ ਤੇਜ਼ ਕਰਨਾ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਝਾਰਖੰਡ ਵਿੱਚ ਇੱਕ ਸੰਸਦ ਵਿੱਚ ਮਤਾ ਪਾਸ ਹੋ ਚੁੱਕਾ ਹੈ, ਤੇ ਉਹਨੇ ਆਪਣਾ ਮਤਾ ਪਾਸ ਕੀਤਾ ਵੀ ਅਸੀਂ ਹਿੰਦੂ ਨਹੀਂ ਗੇ। ਉਹ ਆਪਣੇ ਧਰਮ ਤੇ ਪੱਕੇ ਖੜੇ ਨੇ। ਇਸੇ ਤਰ੍ਹਾਂ ਸਾਨੂੰ ਵੀ ਆਪਣੇ ਧਰਮ ਪ੍ਰਤੀ ਪੱਕੇ ਹੋਣਾ ਚਾਹੀਦਾ ਅਤੇ ਨਿਡਰ ਹੋ ਕੇ ਸਾਨੂੰ ਆਪਣਾ ਆਉਣ ਵਾਲੇ ਸਮੇਂ ਵਿੱਚ ਰਵਿਦਾਸੀਆ ਧਰਮ ਦਿਖਾਉਣਾ ਚਾਹੀਦਾ, ਤੇ ਜੋ ਕਿ ਸਾਡਾ ਇੱਕ ਵਜੂਦ ਬਣ ਸਕੇ, ਸਾਡੀ ਹੋਂਦ ਬਣ ਸਕੇ, ਸਾਡੀ ਮੈਜੋਰਟੀ ਹੋਊਗੀ ਤਾਂ ਅਸੀਂ ਰਾਜ ਭਾਗ ਵੀ ਲੈ ਸਕਦੇ ਹਾਂ। ਹੋਰ ਇੱਕ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਜੋ ਰਵਿਦਾਸੀਆ ਟੀਵੀ ਤੁਸੀਂ ਦੇਖ ਰਹੇ ਹੋ, ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਬਾਰੇ ਅਸੀਂ ਨਵੀਆਂ ਖੋਜਾਂ ਤੁਹਾਡੇ ਸਾਹਮਣੇ ਲੈ ਕੇ ਆਈਏ ਅਤੇ ਤੁਹਾਨੂੰ ਨਵੀਂ ਸਤਿਗੁਰਾਂ ਬਾਰੇ ਜਾਣਕਾਰੀ ਦਈਏ। ਜੈ ਗੁਰਦੇਵ, ਧੰਨ ਗੁਰਦੇਵ ਜੀ।